ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਸੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਉਚੇਚਾ ਕੀਤੇ ਗਏ ਉਪਰਾਲੇ ਮਾਨਯੋਗ ਸਿੱਦਕੀ ਜੀ ਦਾ ਜੋ ਸੁਪਨਾ ਸੀ ਉਹਨੂੰ ਪੂਰਾ ਕਰਦੇ ਪਏ ਹਾਂ। ਔਰ ਮੈਂ ਧੰਨਤਾਯੋਗ ਹਾਂ ਕਿ ਗਿਆਨੀ ਗੁਰਬਚਨ ਸਿੰਘ ਜੀ ਆਪਣੀ ਕਮਰ ਦਰਦ ਦੇ ਹੁੰਦਿਆਂ ਹੋਇਆ ਵੀ ਇੱਥੇ ਅੱਜ ਹਾਜ਼ਰੀ ਭਰਨ ਆਏ ਨੇ। ਪ੍ਰਿੰਸੀਪਲ ਸਰੂਪ ਸਿੰਘ ਜੀ ਔਰ ਪ੍ਰੋਫੈਸਰ ਰਜਿੰਦਰ ਸਿੰਘ ਜੀ ਇਹ बड़े प्यार ही आए ने, लिखारी भी ने, प्रिंसीपल भी ने, प्रोफैसर भी ने। आई फील ऑनर्ड के ना मैं प्रिंसीपल हाँ ना प्रोफैसर हाँ ना मैं लिखारी हाँ। मैं सिंपली बाणी की विचार सांझ की है। मैनू प्यार करन आए ने सारे कॉलेज का स्टाफ और तुसी सारे जितने इत्थे विद्यार्थी हो सारिਆਂ ਨੂੰ वाहिगुरू जी का खालसा वाहिगुरू जी की फतेह। असी ਜਿਹੜੀ ਵਿਚਾਰ ਸਾਂਝ ਕਰਦੇ ਹਾਂ, ਤੁਸੀਂ ਸਭ ਜਾਣਦੇ ਹੋ ਕਿ ਅਸੀਂ ਪ੍ਰੋਗਰਾਮ ਦਾ ਨਾਂ ਰੱਖਿਆ ਹੋਇਆ ਹੈ ਦ ਲਿਵਿੰਗ ਟ੍ਰੈਜਰ। ਪੰਜਾਬੀ 'ਚ ਅਸੀਂ ਉਸ ਨੂੰ ਕਹਿੰਦੇ ਹਾਂ ਜੀਵਨ ਜਾਚ ਦਾ ਖਜ਼ਾਨਾ। ਅਤੇ ਹਰ ਸ਼ਬਦ 'ਚੋਂ ਅਸੀਂ ਖਜ਼ਾਨਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਖਜ਼ਾਨਾ ਹੈ ਜਿਹਨੂੰ ਅਸੀਂ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਕਹਿੰਦੇ ਹਾਂ। ਤਾਂ ਮੇਰਾ ਮਨ ਪਿਆ ਨਿਦਾਨਾ ਕਹਿੰਦੇ ਆ। ਜੇ ਮੈਨੂੰ ਉਹ ਖਜ਼ਾਨਾ ਮਿਲ ਗਿਆ ਤਾਂ ਮੇਰਾ ਮਨ ਪਿਆ ਨਿਦਾਨਾ, ਤਾਂ ਉਹ ਫਿਰ ਇਹਦਾ ਮਤਲਬ ਇਹ ਹੋਇਆ ਕਿ ਹਰ ਸ਼ਬਦ ਵਿੱਚ ਜਿਹੜਾ ਖਜ਼ਾਨਾ ਦੱਸਿਆ ਗਿਆ ਉਹ ਮੇਰੇ ਵਰਤਨ ਵਾਸਤੇ ਦੱਸਿਆ ਗਿਆ। ਇਹਨਾਂ ਗੱਲਾਂ ਨੂੰ ਸੋਚਦਿਆਂ ਹੋਇਆ ਅਸੀਂ ਸ਼ਬਦਾਂ ਦੇ ਅਰਥ ਆਪਣੇ 'ਤੇ ਢੁਕਾ ਕੇ ਸਮਝਣ ਦਾ ਯਤਨ ਕਰਦੇ ਹਾਂ। ਪੁਰਾਣੇ ਪ੍ਰਚਲਿਤ ਚਲਦੇ ਹੋਏ ਟਰੈਡੀਸ਼ਨਲ ਢੰਗ ਦੇ ਨਾਲ ਕਾਹੇ ਪੂਤ ਝਗੜਤ ਹੋ ਸੰਗ ਬਾਪ, ਇਸ ਦੇ ਅਰਥ ਇਹੀ ਕੀਤੇ ਜਾਂਦੇ ਨੇ ਗੁਰੂ ਪਿਤਾ ਨਾਲ ਪੁੱਤਰ ਦੀ ਲੜਾਈ ਹੋ ਗਈ, ਜੋ ਪੁਰਾਤਨ ਇਤਿਹਾਸ ਹੈ। ਅਸੀਂ ਸਮਝਦੇ ਹਾਂ ਗੁਰਬਾਣੀ ਮੁਤਾਬਕ ਪਿਤਾ ਕਹਿੰਦੇ ਨੇ ਸੰਤੋਖ ਨੂੰ, ਪੁੱਤਰ ਕਹਿੰਦੇ ਨੇ ਮੇਰੇ ਮਨ ਨੂੰ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਦੋਂ ਮੈਂ ਸੰਤੋਖ ਨਾਲ ਝਗੜਾ ਕਰ ਰਿਹਾ ਹਾਂ ਮੇਰਾ ਮਨ, ਤਾਂ ਮਾਨੋ ਅਸੰਤੋਖੀ ਹੋ ਗਿਆ। ਸੰਤੋਖ ਰੱਖਣਾ ਵਰਸਿਸ ਅਸੰਤੋਖੀ ਹੋਣਾ, ਕੰਟੈਂਟਮੈਂਟ ਵਰਸਿਸ ਡਿਸਕੰਟੈਂਟਮੈਂਟ। ਅਸੀਂ ਇਸ ਤਰੀਕੇ ਦੇ ਨਾਲ ਸ਼ਬਦਾਂ ਨੂੰ ਆਪਣੇ 'ਤੇ ਢੁਕਾ ਕੇ ਸਮਝਣ ਦਾ ਯਤਨ ਕਰਦੇ ਹਾਂ। ਤੁਹਾਨੂੰ ਜਿਤਨੇ ਵੀ ਸ਼ਬਦ ਮਿਲਣਗੇ ਉਹ ਸਾਰਿਆਂ 'ਚ ਮਿਹਨਤ ਕਰਨੀ ਹੈ ਕਿ ਇਹ ਸ਼ਬਦ ਮੇਰੇ 'ਤੇ ਕਿਵੇਂ ਢੁਕਦਾ ਹੈ, ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ। ਤਾਂ ਆਪ ਸਵਾਰਿਆਂ ਦੀ ਗੱਲ ਜਦੋਂ ਆਏਗੀ ਤਾਂ ਸਾਰਾ ਮੇਰੇ 'ਤੇ ਟੁਕੇਗਾ ਕਿ ਮੈਂ ਆਪਣੇ ਆਪ ਨੂੰ ਸੰਵਾਰਨਾ ਹੈ। ਜੇ ਮੈਂ ਆਪਣੇ ਆਪ ਨੂੰ ਸੰਵਾਰਨ ਬਾਰੇ ਪੱਖੋਂ ਸ਼ਬਦ ਦੇ ਅਰਥ ਕਰਾਂਗਾ ਤਾਂ ਸੰਗਤਾਂ 'ਚ ਜੋ ਵੀ ਸੁਣੇਗਾ ਉਹ ਆਪਣੇ ਨਾਲ ਰਿਲੇਟ ਕਰ ਸਕੇਗਾ। ਅਸੀਂ ਕੇਵਲ ਇਸ ਪੱਖੋਂ ਹੀ ਅਰਥ ਸਮਝਦੇ ਹਾਂ। ਅੱਜ ਦੇ ਟਾਈਮ ਵਿੱਚ ਭਾਵੇਂ ਮੇਰੀ ਤਬੀਅਤ ਠੀਕ ਨਹੀਂ ਹੈ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਫਰੀਦ ਜੀ ਦਾ ਸ਼ਲੋਕ ਹੈ ਉਹਦੇ ਅਰਥ ਸਾਂਝੇ ਮੈਂ ਤੁਹਾਡੇ ਨਾਲ ਕਰਾਂ। ਪਿਛਲੇ 6-8 ਮਹੀਨੇ ਤੋਂ ਅਸੀਂ ਲੜੀਵਾਰ ਫਰੀਦ ਜੀ ਦੇ ਸ਼ਲੋਕਾਂ ਦੀ ਸਾਂਝ ਕਰ ਰਹੇ ਹਾਂ ਅਤੇ ਅਸੀਂ 12 ਕਿ 13 ਨੰਬਰ ਸ਼ਲੋਕ ਤੱਕ ਪਹਿਲਾਂ ਕਰ ਚੁੱਕੇ ਸੀ। ਉਸ ਤੋਂ ਬਾਅਦ 13 ਤੋਂ ਅੱਗੇ ਅਸੀਂ 28-29 ਤੱਕ ਮਾਰਚ ਦੇ ਮੇਰੇ ਇੰਡੀਆ ਆਉਣ ਵਾਲੇ ਗੇੜੇ 'ਚ ਅਸੀਂ ਕੀਤੇ ਸੀ। ਉਹਨਾਂ ਦੇ ਬਾਰੇ ਮੈਂ ਮਾਨਯੋਗ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਫੋਨ ਉੱਤੇ ਸਾਂਝ ਕਰਦਾ ਰਹਿੰਦਾ। ਸੋ ਅੱਜ ਆਪ ਜੀ ਦੀ ਸੇਵਾ 'ਚ ਮੈਂ ਹਾਜ਼ਰ ਹਾਂ। ਸ਼ਲੋਕ ਨੰਬਰ 30 ਫਰੀਦ ਜੀ ਦਾ। ਅੱਜ ਨਾ ਸੁੱਤੀ ਕੰਤ ਸਿਓ
अंग मुड़े मुड़ जाए। जाए पुछो डोहागणी, तुम क्यों रैण विहाए। इस श्लोक के अर्थ असी समझण का यतन करांगे। ये शरीरक तल ते शब्द भाव श्लोक नहीं है। सारे शब्द आत्मक तौर पर देखे जाते हैं, तां शब्दों का तत्त ज्ञान सानू समझ आता है। फर्ज करो सस किनू कहते ने, अविद्या नू, अज्ञानता नू, सौरा किनू कहते हैं। इस तरीके दे नाल असी ये सारे अंदर दे अर्थ समझण का यतन करते हैं। जिहड़ी साडी पुस्तक है जीवन जाच दा खजाना वॉल्यूम 1, ਉਹਦੇ 'ਚ आखिरी शब्द सुल्तान पूछे सुनबे नामा देखो नाम तुम्हारे कामा, ਉਹਦੇ ਵਿੱਚ ਅਸੀਂ ਸਮਝਿਆ ਮੂਈ ਗਊ ਦਿਓ ਜੀਵਾਏ। ਮੂਈ ਗਊ ਬਾਹਰਲੀ ਗਊ ਦੀ ਗੱਲ ਨਹੀਂ ਚੱਲ ਰਹੀ ਹੈ। ਮੂਈ ਗਊ मतलब ਹੁੰਦਾ ਜਦੋਂ ਮੇਰੀ ਮੱਤ ਮਰ ਗਈ। ਮੂਈ ਗਊ ਨੂੰ ਜਿਵਾਣਾ, ਮੋਈ ਹੋਈ ਮੱਤ ਨੂੰ ਜਿਵਾਣਾ। ਇਸ ਤਰ੍ਹਾਂ ਅਸੀਂ ਆਤਮਕ ਅਰਥ ਸਮਝਣ ਦਾ ਯਤਨ ਕਰਦੇ ਹਾਂ। घर की नार बहुत हित जासियो, तो असी घर की नार का मतलब शरीरक तौर पर जो लोगों के घरों में उन्होंने पत्नी होती है वो वाले अर्थ नहीं करते। घर की गीहन चंगी जन धन्ना लेवे मंगी, असी ये अर्थ नहीं समझते हाँ कि धन्ना जी सोहनी वधिया वोटी मंग रहे हैं। घर की गीहन चंगी और घर की नार का मतलब एक होता है मत। मैं अपने इस घर के वास्ते, हिरदे रूपी घर वास्ते, मन दे इस घर वास्ते चंगी सुचज्जी मत रूपी गीहन नार सुमत माँ माता मंगदा हाँ। फिर असी बाहरले दुनियावी पदार्थों के बदले आत्मक तल ते उहदे अर्थ करते हैं। जिवें कि राती असी सांझ कीती सी धन पिरे ना आखिया, बैन इकट्ठे होए एक जोत दोए मूर्ति धन पिर कहिए सोए। ये आत्मक अर्थां बारे किस तरह आउंदा है। फिर कई शब्द असी इस तरह समझते हाँ कि कीता लोड़िया कम सो हर पै आखिए, आनंद कारज से पढ़िया जाता है। तो कीता लोड़िया कम सारे शब्द विच मेन तत्त कढ़ के की समझाया, तो तुसी पढ़ के देखोगे। कीता लोड़िए कम सो हर पे आखिए, कम केड़ा है। मैनू खुद याद है जदों मैं इंजीनियरिंग कर रहा सी, उस दिनों विचकार मनु कीर्तन सीखण और करन दा शौक चढ़िया, तो सानू लोकी घर कीर्तन करन बुलाते सन। या उन्हां दा विआह हुंदा सी धी पुत्र दा, या उन्हां दा मकान दी झट हुंदी सी, या नवीं दुकान खोलनी हुंदी सी, कुछ भी ऐसा काम हुंदा सी। असीं इंज पढ़दे सी, कहो बिनंती अपने सतगुर पाए, काज तुम्हारे दे निभाए। तो असी बारले काज की ही गल गायकी विच करते सन। मैनू नहीं पता कि अज दे रागी उसनू उसे भाव नाल गांदे हन कि नहीं। मैं नहीं कह सकता कि वो किस भाव नाल गांदे ने, क्योंकि मैं उन्होंने जज नहीं कर सकता। पर असी इसी भाव नाल गांदे सी भी तुहाडा जिहड़ा अज दा काज है यह सतगुर जी निभा देन। पर कीता लोड़िए कम सो हर पै आखी है, कम शब्द चो कम निकल के आएगा। कारज दे सवार सतगुर सच साखी, वो जिहड़ा कम है वो कारज सतगुर सोहनी सिक्ख्या दे के सवार देगा। संतां संग निधान अमृत झाखिए, असी संतां दा मैना समझते हैं चंगे गुण, आइडियल्स, वर्च्यूज, मोरैलिटी, रब्बी गुण, गॉडली क्वालिटीज़। असी इस तरीके दे नाल संतां दा मैना समझते हैं। संत का मार्ग चंगे गुणा का मार्ग, धर्म की पौड़ी। जदों आएगा सर्ब धर्म में श्रेष्ठ धर्म, हर को नाम जप निर्मल कर्म, निर्मल कर्मा वाले धर्म नू जीना है। संत का मार्ग, संत का मतलब किसी मनुख का मार्ग नहीं। जदों तक इन्हां बरीकियां ते गल नहीं करांगे, असी पंजाब छड्ड पूरी दुनिया नू डेरियां तो बचा ही नहीं सकते।
ਫਿਜ਼ੀਕਲ ਵਿਚੋਲਾ ਦੇਹਧਾਰੀ ਗੁਰਤਾ ਵਾਲਿਆਂ ਕੋਲੋਂ ਬਚਾ ਨਹੀਂ ਸਕਦੇ। ਕਾਸ਼ ਇਸ ਪੱਖੋਂ ਗੱਲ ਕੀਤੀ ਗਈ ਹੁੰਦੀ। संत ਦਾ मैना रब्बी गुण, रब्बी गुणों वाला मार्ग संत का मार्ग, धर्म की पौड़ी। ਅਸੀਂ ਵਿਰਲੇ ਦੇ ਅਰਥ ਵੀ ਇਹ ਸਮਝਦੇ ਹਾਂ ਕਿ ਕੋਈ ਹਜ਼ਾਰਾਂ ਲੱਖਾਂ ਪਿੱਛੇ ਇੱਕ ਵਿਰਲਾ ਹੁੰਦਾ ਹੈ। ਅਸੀਂ ਇਸ ਤਰ੍ਹਾਂ ਨਹੀਂ ਸਮਝਦੇ ਹਾਂ। ਅਸੀਂ ਵਿਰਲੇ ਦੇ ਅਰਥ ਸਮਝਦੇ ਹਾਂ ਜਦੋਂ ਵੀ ਕੋਈ ਸਾਡੀ ਜਪਜੀ ਸਾਹਿਬ ਦੀ ਤੁਸੀਂ ਪੈਨ ਡਰਾਈਵ ਨੂੰ ਸੁਣੋਗੇ ਔਰ ਸਚਿਆਰਾ ਕਿਵੇਂ ਬਣੀਏ ਪੁਸਤਕ ਪੜ੍ਹੋਗੇ ਤਾਂ ਅਸੀਂ ਮੰਨੇ ਕੀ ਗੱਤ ਕਹੀ ਨਾ ਜਾਏ ਵਿਚਾਰਿਆ, ਜਿਹੜਾ ਸੱਚ ਦੀ ਮੱਤ ਲੈ ਲੈਂਦਾ ਉਹਦਾ ਕੀ ਹੁੰਦਾ ਹੈ। ਜੇ ਕੋ ਅਗਰ ਕੋਈ ਜੋ ਵੀ ਇਨਸਾਨ, ਤਾਂ ਜੋ ਵੀ ਇਨਸਾਨ ਹਰ ਕੋਈ ਹੋ ਸਕਦਾ ਹੈ। ਉੱਚਾ ਬੋਲੋ, ਹਰ ਕੋਈ ਹੋ ਸਕਦਾ ਹੈ ਨਾ। ਹਰ ਕੋਈ ਰੱਬ ਜੀ ਦਾ ਬਣਾਇਆ ਹੋਇਆ ਇੱਕ ਪੂਰਨ ਯੂਨੀਕ ਇਨਸਾਨ ਹੈ। ਜੇ ਕੋ ਮੰਨ ਜਾਣਾ, ਜਦੋਂ ਵੀ ਕਦੇ ਵੀ ਹੂਸੋਐਵਰ ਕੋਈ ਵੀ ਮੰਨ ਲੈਂਦਾ ਹੈ ਨਾ ਸੱਚ ਨੂੰ, ਮਨ ਕੋਏ ਬਣ ਜਾਂਦਾ ਹੈ। ਮਨ ਕੋਏ ਦਾ ਮਤਲਬ ਹੁੰਦਾ ਉਹ ਵਿਰਲਾ ਬਣ ਜਾਂਦਾ। ਜਦੋਂ ਵੀ ਕਦੀ ਵੀ ਕੋਈ, ਤਾਂ ਇਹਦਾ ਮਤਲਬ ਗੁਰੂ ਪਾਤਸ਼ਾਹ ਜੀ ਦਾ ਇੱਕ ਹੋਰ ਪ੍ਰਿੰਸੀਪਲ ਸਾਹਮਣੇ ਆਉਂਦਾ, ਸਭਨਾ ਸਹੁਰੇ ਵੰਜਣਾ ਸਭ ਮੁਕਲਾਉਣਾ। ਅੱਛਾ, ਸਭ ਕੋਈ ਵਿਰਲੇ ਬਣ ਸਕਦੇ ਨੇ। ਇਹਦਾ ਮਤਲਬ ਗੁਰਮਤ ਇਹ ਨਹੀਂ ਕਹਿੰਦੀ ਕਿ ਲੱਖਾਂ ਕਰੋੜਾਂ ਪਿੱਛੇ ਕੋਈ ਇੱਕ ਵਿਰਲਾ ਬੰਦਾ ਹੈ। ਕਠਨ ਦਾ ਮੈਨਾ ਅਸੀਂ ਇੰਪੋਸੀਬਲ ਜਾਂ ਮੁਸ਼ਕਿਲ ਨਹੀਂ ਮੰਨਦੇ ਹਾਂ। ਜਨ ਨਾਨਕ ਇਹ ਖੇਲ ਕਠਨ ਹੈ। ਕਠਨ ਦਾ ਮੈਨਾ ਜੇ ਅਸੀਂ ਇਹ ਪੇਸ਼ ਕਰਾਂਗੇ ਸੰਗਤਾਂ ਸਾਹਮਣੇ, ਉਹ ਹੈ ਸੱਚ ਦੇ ਮਾਰਗ 'ਤੇ ਚੱਲਣਾ ਬੜਾ ਕਠਨ ਹੈ। ਸੰਗਤਾਂ ਕਹਿਣਗੀਆਂ ਕਠਨ ਹੈ ਤਾਂ ਆਪਣੇ ਕੋਲ ਰੱਖੋ, ਸਾਨੂੰ ਤਾਂ ਖਾਣਾ ਪੀਣਾ ਹੱਸਣਾ ਸੁਣਾ ਕਰਨ ਦਿਓ। ਕਠਨ ਦਾ ਮਤਲਬ ਹੁੰਦਾ ਹੈ ਕਰੜਾ। ਕਠਨ ਦਾ ਮਤਲਬ ਹੁੰਦਾ ਹੈ ਜੋ ਬਦਲਿਆ ਨਾ ਜਾ ਸਕੇ। ਉਹ ਕੀ ਹੈ? ਰੱਬੀ ਨਿਯਮ। ਰੱਬ ਜੀ ਦੇ ਨਿਯਮਾਂ ਦਾ ਸਿਸਟਮ ਜਿਹੜਾ ਹੈ ਕਠਨ ਹੈ। ਕਿਨਹੂ ਵਿਰਲੇ ਜਾਣਾ, ਜਦੋਂ ਕੋਈ ਵਿਰਲਾ ਬਣ ਜਾਂਦਾ ਹੈ ਤਾਂ ਉਸ ਨੂੰ ਰੱਬ ਜੀ ਦੀ ਇਹ ਰਜ਼ਾ ਪਾਉਣਾ ਨਿਯਮ ਸਮਝ ਆ ਜਾਂਦਾ ਹੈ ਕਿ ਮੈਂ ਇਸ ਨੂੰ ਨਹੀਂ ਬਦਲਣਾ। ਬਦਲਣ ਦੇ ਬਦਲੇ ਮੈਂ ਹੁਕਮ ਰਜ਼ਾਈ ਚੱਲਣਾ ਕਰਨਾ ਹੈ। ਠੀਕ ਸਮਝ ਆ ਰਹੀ ਹੈ? ਮੈਂ ਸਾਂਝ ਕਰ ਰਿਹਾ, ਤੁਹਾਨੂੰ ਸਮਝਾ ਨਹੀਂ ਰਿਹਾ, ਤੁਹਾਨੂੰ ਪੜ੍ਹਾ ਨਹੀਂ ਰਿਹਾ। ਗਿਆਨੀ ਜੀ ਨੇ ਇੱਕ ਸੈਂਟੈਂਸ ਵਰਤਿਆ, ਮੇਰੇ ਵੀਰ ਜੀ ਨੇ ਵਰਤਿਆ ਕਿ ਮਾਨਸਿਕਤਾ ਦਾ ਵਿਕਾਸ ਨਹੀਂ ਹੁੰਦਾ ਜਦੋਂ ਕੌਮਾਂ ਕੁਰਾਏ ਪੈ ਜਾਣ। ਤੁਸੀਂ ਲੋਕੀ ਕੌਮ ਦਾ ਫਿਊਚਰ ਹੋ। ਤੁਹਾਡਾ ਵਿਕਾਸ ਕਿਸ ਤਰ੍ਹਾਂ ਹੋਏਗਾ? ਮੈਨੂੰ ਇੱਕ ਅਮਰੀਕਾ ਦੀ ਕੰਪਨੀ ਦੀ ਗੱਲ ਯਾਦ ਆਈ ਹੈ। ਦੋ ਬੰਦਿਆਂ ਨੇ ਇੱਕੋ ਕੰਪਨੀ ਤੋਂ ਇੱਕੋ ਲੈਵਲ 'ਤੇ ਜੋਬ ਛੱਡ ਦਿੱਤੀ, ਆਪਣੀ ਆਪਣੀ ਕੰਪਨੀ ਖੋਲ੍ਹ ਲਈ। ਦੋਵਾਂ ਨੂੰ ਇੱਕੋ ਪ੍ਰੋਡਕਟ ਵੇਚਣੀ ਆਉਂਦੀ ਸੀ। ਪਰ ਸਾਲ ਬਾਅਦ ਉਹ ਇੱਕ ਬੰਦਾ ਦੂਜੇ ਨੂੰ ਪੁੱਛਦਾ ਹੈ, ਫਰਜ਼ ਕਰੋ ਸੋਹਣ ਮੋਹਣ ਨੂੰ ਪੁੱਛਦਾ ਹੈ, ਮੋਹਣ ਤੇਰੀ ਕੰਪਨੀ 'ਚ ਵੀ ਉਹੀ ਮਾਲ ਵੇਚ ਰਿਹਾ, ਮੇਰੀ ਕੰਪਨੀ 'ਚ ਵੀ ਮੈਂ ਉਹ ਮਾਲ ਵੇਚ ਰਿਹਾ, ਤੇਰੀ ਕੰਪਨੀ ਦਾ ਮਾਲ ਵਿਕਦਾ ਕਿਉਂ ਹੈ ਜ਼ਿਆਦਾ, ਪ੍ਰੋਫਿਟ ਜ਼ਿਆਦਾ ਕਿਉਂ ਹੁੰਦਾ ਹੈ? ਮੋਹਣ ਪਤਾ ਕੀ ਕਹਿੰਦਾ ਹੈ? ਕਹਿੰਦਾ ਅਸੀਂ ਜਾ ਕੇ ਲੋਕਾਂ ਨੂੰ ਨਹੀਂ ਕਹਿੰਦੇ ਸਾਡਾ ਮਾਲ ਖਰੀਦ ਲਵੋ, ਅਸੀਂ ਜਾ ਕੇ ਲੋਕਾਂ ਨੂੰ ਨਹੀਂ ਕਹਿੰਦੇ ਸਾਡਾ ਮਾਲ ਸਸਤਾ ਹੈ। ਕਹਿੰਦਾ ਫਿਰ ਕੀ ਕਰਦੇ ਹੋ? ਕਹਿੰਦਾ ਅਸੀਂ ਆਪਣੇ ਸਾਰੇ ਸੇਲਸਮੈਨ ਨੂੰ ਕਹਿੰਦੇ ਹਾਂ ਸਾਡਾ ਮਾਲ ਨਾ ਤੁਹਾਡੇ ਭਲੇ ਵਾਸਤੇ ਹੈ, ਸਾਡੇ ਮਾਲ ਵਿੱਚ ਨਾ ਇਨਸਾਨੀਅਤ ਦਾ ਭਲਾ ਹੈ, ਇਸ ਕਰਕੇ ਸਾਡੀ ਪ੍ਰੋਡਕਟ ਜ਼ਿਆਦਾ ਵਿਕਦੀ ਹੈ। ਅਸੀਂ ਕਿਸੇ ਹੋਰ ਦੀ ਨਿੰਦਾ ਨਹੀਂ ਕਰਦੇ ਹਾਂ। ਔਰ ਜਿਤਨੀ ਵੀ ਦੁਨੀਆ ਦੀਆਂ ਗੌਰਮੈਂਟਾਂ ਨੇ, ਸਾਰੀਆਂ ਗੌਰਮੈਂਟਾਂ ਐਡਵਰਟਾਈਜ਼ਮੈਂਟ ਜਿਹੜੀ ਹੁੰਦੀ ਹੈ ਨਾ TV 'ਤੇ, ਰੇਡੀਓ 'ਤੇ ਜਾਂ ਅਖਬਾਰਾਂ 'ਤੇ ਜਾਂ ਪੋਸਟਰਸ 'ਤੇ, ਉਸ ਐਡਵਰਟਾਈਜ਼ਮੈਂਟ ਵਿੱਚ ਤੁਹਾਨੂੰ ਕਹਿੰਦੀ ਹੈ ਇਹ ਕ੍ਰਾਈਮ ਹੈ, ਇਹ ਤੁਹਾਡਾ ਕਸੂਰ ਹੈ ਜੇਕਰ ਤੁਸੀਂ ਦੂਜੀ ਕੰਪਨੀ ਦੀ ਨਿੰਦਾ ਕਰਕੇ ਆਪਣੀ ਪ੍ਰੋਡਕਟ ਦੀ ਵਡਿਆਈ ਕਰੋ।
सो सानू सब दा भला करना, सब दे भले विच निंदा भली किसे कि नहीं, तो सब दे भले विच सानू ना बिना किसी दी निंदा कीतियां दुनिया दे भले वास्ते शब्द दे अर्थ करके सांझ करने हन, ताकि वो इंसानियत भरपूर अपने ते टुका सके, फिर लैण वाला लैंदा है। सो मैं कुछ टूक मात्र तुहाडे नाल सांझ कीती है, तां अज दे श्लोक दी विचार सांझ करदे हां। आज न सुती कंत स्यों अंग मुड़े मुड़ जाए, जाए पुछो दुहागणी तुम क्यों रैण विहाए। 30 नंबर श्लोक है। ਇਹਦੇ ਵਿਚਕਾਰ ਸੁੱਤੀ ਨੂੰ ਸਮਝਣਾ ਪਏਗਾ। ਸੁੱਤੀ ਕੌਣ? कौन? आत्मक तौर पर समझांगे मेरी मत सो गई। ਇਹਦਾ मतलब सानू सोना ते जागना विचारना पेगा। सुती भाई मत जगानी पेगी। इस ग्रह में कोई जागत रहे साबित वस्तु अपनी है, एक्सप्लेन करना पेगा। अंग जदों बाणी विच इंद्रियां बारे गल आएगी तो असी इंद्रियां की गल करते हैं, अख नक कन इस तरह इंद्रियां की करते हैं, पर सब तो मेन इंद्री केड़ी है? तुहाडे चों कोई उच्चा बोले। मन। मन सारिया इंद्रियां दा राजा है। इस करके जिथे जिथे तुहानूं शब्द मिलणगे ना इंद्र राजा, तो उहदे अर्थ मन करते हैं। जो अपनिया इंद्रियां नूं काबू करके चलता है। सो जदों इंद्रियां की गल करांगे तो असी मेन इंद्री है मन। ते जदों असी शब्दां दे अर्थ करते हैं भै के चरण कर भाव के लोयण सुरत करे, ये सारे अंग मन दे ने। ऑल दीज ऑर्गन्स बिलोंग टू मन। मन दियां अखां होर होंदियां, नानक से अखड़ियां बयान जिन्ना डिसंदो मापरी। मन दियां अखां होर होंदियां, मन दे हत्थ होर होंदे ने। जदों मन सतगुर दी मत नाल इकमिक हो जाता है तो मन दे हत्थ जिहड़े होंदे ने वो भै के चरण कर भाव के लोयण सुरत करे वाले सारे ये अंग मन दे होंदे ने। सो असी आत्मक तल ते गहराई विच उहदे अर्थ सांझ करते हैं। सो अंग मुड़े का मतलब हो गया मन अते सारा मन दा तन। गुरु पातशाह कहते ने मूँह फेरिया मूँह जूठा होए, इस मूँह की गल नहीं चल रही। मन रूपी मुख जूठा हो गया, मन ने मूँह फेरिया। जदों मन मूँह फेरदा है तो होर अर्थ निकलते आएंगे। अच्छा मेरा मन पिठ करता है, मैं इस तरह मूँह फेरिया, शरीरक तौर पर इंज नहीं। मन ने मूँह फेरिया मीनस मन ने सच तो मुनकर होया। मन अपवित्र हो जाता, मूँह फेरिया मूँह जूठा होए। मन अपवित्र हो गया, मन के सारे अंग जूठे हो गए। भै के चरण कर भाव के लोयण सुरत करे ना रहे। तो यह वाले जिहड़े ने इन्हां नूं अकल ही नहीं है। इन्हां सारियां च सूतक पै जांदा है, क्योंकि मन के अंग खराब हो गए ने। अखी सूतक वेखना पर तेरे प्रधन रूप, कन्नी सूतक कन पहला इतबारी खाए। इन्हां अंगां की गल नहीं चल रही। मन के अंग खराब हो गए ने, इस करके इन्हां तो सिर्फ देखिया ही सी। अखां नूं अकल नहीं है की देखिए तो की ना देखिए। सो अंग मन दे अंग, असी तन दे लैवल तो आत्मक लैवल ते जा रहे हैं। अज का मतलब की होंदा? टुडे नहीं होंदा अज होंदा है जिस पल ख्वारी कारण विछोड़ा महसूस होवे। और ख्वारी का मतलब होंदा है
कि मेरे उत्ते की माड़ा वापर रहा है, मैं आत्मक तौर पर की माड़ा महसूस कर रहा, ਉਹਨੂੰ ਅੱਜ ਕਹਿੰਦੇ ਨੇ। ਅਸੀਂ ਇੱਕ ਸ਼ਬਦ ਪੜ੍ਹਿਆ ਸੀ, टीवी ਟੈਲੀਕਾਸਟ ਹੋਇਆ ਸੀ, ਜਬ ਹਮ ਚੱਲੀ ਠਾਕੁਰ ਪਿਹਾਰ, ਤਾਂ ਅਸੀਂ ਅਰਥ ਜਬ ਦੇ ਜ਼ਿਆਦਾ ਸਮਝਣ ਦਾ ਯਤਨ ਕੀਤਾ ਸੀ। अब हम चली ठाकुर पिहार। अब जे फर्ज करो ਇੱਥੇ मैं जीरो ते रखा हथ, इत्थों लैके कुछ मैं दूरी तय की, डिस्टेंस ट्रैवल किया, ਇੱਥੇ आया अब। ਇਹ ਜਿਹੜਾ जीरो तो ਇੱਥੇ रख लो, फर्ज करो कोई गिनती रख लो, मैं 15 कदम पुट्टे, 15 दिन बीताए या 15 साल बिताए या 15 महीने बिताए, जिंदगी दे कुछ समा बिताया जीरो तो ਇੱਥੇ ਤੱਕ आने तो बाद ना महसूस होया मैं ठीक जी नहीं रहा, सिट्टे गलत निकल रहे ने, क्रोध मैनू ज़्यादा चढ़न लग पिया, मत्था कुटिया ही रहिंदा, लोकी भैड़े लगते ने, निंदा मैं ज़्यादा करन लग पिया, खेड़ा मेरा चला गया, लोकां नाल मेरा प्यार घट गया। जिस दिन एक खुआरी महसूस की ना, उस दिन ख्याल आया मनु कोई अक्ल चाहिए है। ए जिहड़ा 15 नंबर रखिया ना मैं हाथ, ਇੱਥੇ ਜਿਹੜੀ ਅਵਸਥਾ ਬਣੀ ਨਾ ਉਹਨੂੰ ਅੱਬ ਕਹਿੰਦੇ ਨੇ। ਅੱਬ ਹਮ ਚੱਲੀ ਠਾਕੁਰ ਪਿਹਾਰ। ਅਤੇ ਹੁਣ ਮੈਨੂੰ ਮਹਿਸੂਸ ਹੋਇਆ, ਪੱਕਾ ਵਿਸ਼ਵਾਸ ਹੋ ਗਿਆ, ਜਬ ਹਮ ਚੱਲੀ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਹੁਣ ਮੈਨੂੰ ਸਤਿਗੁਰ ਦੀ ਮੱਤ ਅਨੁਸਾਰ ਭਾਣਾ ਮੰਨਣ ਦੀ ਜਾਚ ਵੀ ਆ ਗਈ ਹੈ। ਪਹਿਲਾਂ ਮੈਂ ਨਹੀਂ ਸੀ ਮੰਨ ਪਾਉਂਦਾ, ਪਹਿਲਾਂ ਮੈਨੂੰ ਜੰਮਣ ਮਰਨ ਦਾ ਡਰ ਲੈਂਦਾ ਸੀ। ਇਹਦਾ ਮਤਲਬ ਇਹ ਅੱਬ ਅੱਜ ਇਹਨਾਂ ਦੇ ਲਫ਼ਜ਼ੀ ਅਰਥ ਨਹੀਂ ਕਰਾਂਗੇ। ਸੁੱਤੀ, ਜਾਗਣ ਤੇ ਸੁਪਨਾ ਭਲਾ ਐਕਸਪਲੇਨ ਕਰਨਾ ਪਏਗਾ। ਜਾਗਣਾ ਇਸ ਸ਼ਬਦ ਵਿੱਚ ਨੈਗੇਟਿਵ ਹੈ। ਇਹਨਾਂ ਅੱਖਾਂ ਦੇ ਨਾਲ ਜਾਗਣ ਦੀ ਗੱਲ ਨਹੀਂ ਚੱਲ ਰਹੀ, ਇਹਨਾਂ ਅੱਖਾਂ ਦੇ ਬੰਦ ਹੋ ਕੇ ਸੌਣ ਵੇਲੇ ਸੁਪਨਾ ਜਿਹੜਾ ਲੈ ਰਿਹਾ ਉਹਦੀ ਗੱਲ ਨਹੀਂ ਚੱਲ ਰਹੀ। ਜਾਗਣ ਤੇ ਸੁਪਨਾ ਭਲਾ, ਇਹਦਾ ਉਹ ਜਾਗਣਾ ਕਿਹੜਾ ਹੈ? ਐਵੇਂ ਤਾਂ ਕਹਿੰਦੇ ਨੇ ਅੰਮ੍ਰਿਤ ਵੇਲੇ ਜਾਗਿਆ ਕਰੋ, ਤੁਹਾਨੂੰ ਜਾਗਣਾ ਚਾਹੀਦਾ, ਜਾਗ ਕੇ ਜੀਵਿਆ ਕਰੋ, ਜਾਗ ਕੇ ਚੱਲਿਆ ਕਰੋ। ਇੱਥੇ ਜਾਗਣ ਦਾ ਮਤਲਬ ਕੀ ਹੈ? ਮੈਂ ਹੋਸ਼ੋ ਹਵਾਸ ਵਿੱਚ ਨਹੀਂ ਹਾਂ ਅਤੇ ਆਪਣੀ ਜ਼ਿੰਦਗੀ ਵਿੱਚ ਆਸ਼ਾ ਤ੍ਰਿਸ਼ਨਾ ਨਿੰਦਾ ਚੁਗਲੀ ਕਾਮ ਕ੍ਰੋਧ ਲੋਭ ਮੋਹੰਕਾਰ ਦੁਨਿਆਵੀ ਪਦਾਰਥ ਸਾਰਿਆਂ ਵਿਚਕਾਰ ਖਚਤ ਹਾਂ, ਮਾਨੋ ਮੈਂ ਸੁੱਤਾ ਹੋਇਆ ਹਾਂ, ਪਰ ਆਪਣੇ ਆਪ ਨੂੰ ਜਾਗਿਆ ਸਮਝ ਰਿਹਾ। ਇਸ ਜਾਗਣ ਨਾਲੋਂ ਤੇ ਸੁਪਨਾ ਪੱਲਾ। ਸੁਪਨਾ ਦਾ ਮਤਲਬ ਕੀ ਹੋਇਆ ਕਿ ਮਨ ਅੰਦਰ ਖਾਹਿਸ਼, ਮੈਂ ਇੱਕ ਸੁਪਨਾ ਲੈ ਰਿਹਾ ਕਿ ਮੈਂ ਵਿਛੜਿਆ, ਮਨੂੰ ਕਾਸ਼ ਮਿਲਾ ਲਵੋ, ਕਾਸ਼ ਮੈਨੂੰ ਸੱਚ ਦਾ ਮਾਰਗ ਦੱਸ ਦਿਓ। ਸੋ ਵਿਛੋੜੇ ਦਾ ਦੁੱਖ ਦਰਦ ਮਹਿਸੂਸ ਕਰਨਾ। ਜੇ ਜਾਗਣ 'ਚ ਈਵਲਸ ਨਾਲ ਜੁੜੇ ਹਾਂ, ਮੰਦੇ ਖਿਆਲਾਂ ਨਾਲ ਜੁੜੇ ਹਾਂ, ਤੇ ਸਭ ਬੇਕਾਰ ਹੈ। ਜੋ ਜ਼ਿੰਦਗੀ ਅਸੀਂ ਜੀ ਰਹੇ ਹਾਂ ਇਹ ਸਭ ਬੇਕਾਰ ਹੈ, ਸੁਪਰਫਲੂਅਸ। ਅੰਨ ਕਾਏ ਰਾਤੜਿਆ ਹੈ, ਵਾਟ ਦੁਹੇਲੀ ਰਾਮ। ਜ਼ਿੰਦਗੀ ਦਾ ਰਸਤਾ ਮੁਸ਼ਕਲ ਹੋ ਗਿਆ। ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਲੋਕ ਆਪਣੇ ਆਪ ਨਾਲ ਰਿਲੇਟ ਹੀ ਨਹੀਂ ਕਰ ਪਾਉਂਦੇ ਸੀ ਪਾਪ ਕਿਵੇਂ ਕਮਾ ਰਹੇ ਹਾਂ। ਜਦੋਂ ਸੱਚ ਨੂੰ ਸੁਣਨਾ ਛੋੜ ਦਿੱਤਾ ਨਾ, ਜਦੋਂ ਅਸੰਤੋਖੀ ਹੋ ਗਏ ਨਾ, ਜਦੋਂ ਉਹ ਸੰਤੋਖ ਪਿਤਾ ਦੇ ਨਾਲ ਲੜਨਾ ਸ਼ੁਰੂ ਕੀਤਾ, ਤਿੰਨ ਸਿਉ ਝਗੜਤ ਪਾਪ। ਇਹਦੇ ਬਦਲੇ ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਪੀਰ ਮਿਲਿਆ। ਉਹ ਨੀਂਦ ਦਾ ਮਤਲਬ ਕੀ ਹੈ? ਸੌ ਜਾਣਾ ਨਹੀਂ ਹੈ। ਸੁੱਤਿਆਂ ਸੁੱਤਿਆਂ ਖਿਆਲ ਆਇਆ ਰੱਬ ਨੂੰ ਮਿਲ ਗਏ, ਇਹ ਵਾਲਾ ਸੁਪਨਾ ਨਹੀਂ ਹੈ।
मैं ਇਹ ਸਾਰਾ ਜਿਹੜਾ ਜੀਵਨ ਰੋਜ਼ ਜੀ ਰਿਹਾ ਸੀ ਨਾ ਅਗਿਆਨਤਾ ਵਸ ਖੱਚਤ ਵਾਲਾ, ਇਹਦੇ ਵਿੱਚ ਉਹਨਾਂ ਚੀਜ਼ਾਂ ਨੂੰ ਭੋਗਣ ਵੱਲੋਂ ਮੈਨੂੰ ਨੀਂਦ ਆ ਗਈ। मीन्स उस पासों मैं थक के हार गया और सो गया। मीन्स मैं उस पासों अपने आप नूं छुड़ा लिया। इसी तरह ऐसे दिन अते रात रूपी रहन लाइफ साडी जे बेकार है जे असी उस पासों छुटते नहीं हाँ। अंग सारे अंगां दा मालक राजा मेन अंग मन है। मन जदों मन सन्मुख होंदा है तां नम्रता च है, जदों मन मूँह फेरदा है तां मनमुख होंदा है। मैं गल दोबारा छेड़ी है, मन ने मूँह फेरिया ना तां हंकारियां निंदकां पिठ दे, रब पिठ दिंदा है कि कौन? उच्चा बोलो। रब ने पिठ दी कि मन ने? ਇਹਦਾ मतलब हंकारियां निंदका पिठ दे नाम दिओ मुख लाया दे अर्थ ये नहीं करांगे कि रब हंकारियां नूं पिठ दिंदा है। दरअसल की है, जिहड़ा मन नीवा नहीं रहा, जिसने नम्रता सतगुर दी मत नहीं ली, उन्हें मूँह फेर लिया, वो हंकारी हो गया, उन्हें पिठ दे दिती। हंकारियां निंदकां पिठ दे, और पिठ देने नाल की होया? पुट्ठा हो गया, उल्टा हो गया, मूँह फेरिया, मूँह झूठा हो गया। असी पिछे एक सैमीनार कीता सी हंकार उत्ते, काहे भैया फिर तो फूलिया फूलिया। कौन? मन हंकारित फुलिया फिरदा है। जब 10 मास उर्दमुख रहता, असी गल करते हैं आत्मक दी, शरीरक तौर ते तां मनुख माँ दे पेट च 9 महीने रहिंदा ते 10 मास का महीना प्रैगनेंसी दे 9 महीने कर ही नहीं सकते। जब 10 मास का मतलब है जदों मन अपने इंद्रिय ज्ञानेंद्रिया दे स्वाद दे चक्कर विच सीधा नहीं सोचता, शीश आसन करके हर गल साकत वांगू, साकत भी दी बिद वांगू, कड़वे को मीठा कवे, इस तरीके दे नाल जदों जींदा है। जब 10 मास उर्दमुख रहता, उर्दमुख का मतलब सिर थल्ले और पैर उपर नहीं कहते ने। पहली गल तो जे माँ के पेट का होंदा ते 9 महीने होंदा। सो जदों मन पुट्ठा सोचता है, पुट्ठा सोचने का मतलब है जम बुद्धि सोचता है, मंदे ख्याल सोचता है, कूड़े ख्याल सोचता है, अवर आन विडाणी आस रखता है, दूजा भाव रखता है। जब 10 मास उर्दमुख रहता, 100 दिन कैसे भूलिया? 100 दिन केड़ा है? 100 दिन है कि तू पुट्ठा सोचदा है, लेकिन जे तू सतगुर दी मत लै लवें तब तेरा रब्बी मिलाप वाला दिन हो सकता। तू उसनू इग्नोर किया है। उसनू इग्नोर असी किस तरह करते हैं? असी सारे अर्थ करते होंदे हां, खाना पीना हसना सोना विसर गया है, मरना। लोग यही समझ रहे होंदे ने भी ऐ तू विसार दिता कि एक दिन मर जाएगा। ये तो गल कोई भी नहीं सुनना चाहता। एक दिन मर जाएगा, हाँ पता ही है एक दिन मर जाएंगे, फिर क्या करें? आज रोटी ना खाएं, आज समीए ना, आज काम ते ना जाइए, आज हसीए ना। लोग इंज हुज्जत करते हैं, क्वेश्चन करते हैं। खाना पीना हसना सोना ये सारे काम तू करदा है, पर सतगुर दी मत लैके जीवतियां मर रही है, तैनू विसर गया है। विसर गया है मरना। तू इस गल नू विसारिया होया है कि मैनू सिर तली रख के आना है। मनु शब्द दे बाण लगने चाहिए ने। उन्होंने कहते ने शब्द मरो फिर। मैं इस जीवन नू जीवन समझ रहा, मनु वो गल विसर गई है। 100 दिन कैसे भूलिया? मनु वो गल विसर गई है कि मैं जे एक बारी आत्मक तौर पर समर्पण कर दिया, शब्द मरो कर लवां,
ਤਾਂ ਫਿਰ ਮਰਨ ਨਾ ਹੋਈ, ਫਿਰ ਮੈਨੂੰ ਪਲ ਪਲ ਮਰਨਾ ਹੀ ਨਹੀਂ ਪਏਗਾ। ਪਲ ਪਲ ਮਰਨ ਨੂੰ ਡਰ ਕਹਿੰਦੇ ਨੇ। ਸੋ ਕੀਤਾ ਲੋੜੀਏ ਕੰਮ, ਕਾਰਜ ਰਾਸ ਹੋਏਗਾ। ਹੁਣ ਮੈਂ ਪਲ ਪਲ ਮਰਦਾ, ਮੈਨੂੰ ਡਰ ਲੱਗਦਾ ਹੈ, ਔਰ ਮੈਨੂੰ ਸਦੀਵੀ ਜੀਵਨ ਚਾਹੀਦਾ ਹੈ। ਕੀਤਾ ਲੋੜੀਆ ਕੰਮ ਸੋ ਹਰਿ ਭੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ। ਹੁਣ ਕੀ ਕਰਨਗੇ? ਭੈ ਪੰਜਨ ਮਿਹਰਬਾਨ। ਭੈ ਦਾ ਡਾਇਰੈਕਟ ਤਾਲੁਕ ਹੈ ਜੰਮਣ ਮਰਨ ਨਾਲ। ਭੈ ਭੰਜਨ ਮਿਹਰਬਾਨ, ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ। ਜੋ ਰੱਬ ਦਿਸਦਾ ਨਹੀਂ ਸੀ ਦਿਖਾ ਦਿੱਤਾ, ਹੁਣ ਡਰ ਗਿਆ। ਇੱਕ ਮਿਕ ਜਿਹੜਾ ਮਨ ਹੋ ਜਾਂਦਾ, ਉਹਦੇ ਬਾਰੇ ਮੈਂ ਤੁਹਾਡੇ ਨਾਲ ਦੂਜਾ ਆਰਟੀਕਲ ਪੜ੍ਹਾਂਗਾ। ਸੋ ਦੁਹਾਗਣੀ ਵਰਸਿਸ ਸੁਹਾਗਣ। ਜਾਏ ਪੁੱਛੋ ਸੁਹਾਗਣੀ, ਸਾਨੂੰ ਐਕਸਪਲੇਨ ਕਰਨਾ ਪਏਗਾ। ਕੱਲ ਰਾਤੀ ਅਸੀਂ ਪੜ੍ਹਿਆ ਸੀ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਇਹ ਸੁਹਾਗਣ ਦੀ ਨਿਸ਼ਾਨੀ ਹੈ। ਸੁਹਾਗਣ ਦੀ ਨਿਸ਼ਾਨੀ ਸੁਹਾਗਣੀ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ। ਪੂਰਬ ਲਿਖਿਆ ਅਸੀਂ ਪਿਛਲੇ ਜਨਮ ਦੇ ਕਮਾਏ ਹੋਏ ਫਲ ਨੂੰ ਨਹੀਂ ਕਰਦੇ ਹਾਂ। ਪੂਰਬ ਕਮਾਇਆ ਦਾ ਮਤਲਬ ਹੁੰਦਾ ਹੈ ਪਹਿਲੇ ਵਾਂਗੂ ਹੀ, ਜਦੋਂ ਮੈਂ 0 ਤੋਂ 15 ਤੱਕ ਕੁਛ ਵੀ ਕੀਤਾ, ਖੁਆਰੀ ਹੋਈ, 15 ਤੇ ਆ ਕੇ ਮੈਂ ਡਾਕਟਰ ਕੋਲ ਗਿਆ, ਸਤਿਗੁਰ ਕੋਲ ਗਿਆ, ਮੈਨੂੰ ਸੁਮਤ ਬਖਸ਼ੋ, ਮੈਨੂੰ ਦਵਾਈ ਦਿਓ, ਮੈਨੂੰ ਔਖਦ ਦਿਓ, ਮੈਂ ਡਿਸਟਰਬ ਰਹਿੰਦਾ, ਮੈਂ ਵਿਆਕੁਲ ਰਹਿੰਦਾ, ਕਲ ਕਲੀ 'ਚ ਰਹਿੰਦਾ। ਸਤਿਗੁਰ ਨੇ ਮੈਨੂੰ ਦਵਾਈ ਦੱਸੀ, ਵਿਧੀ ਦੱਸੀ, ਸੰਜਮ ਦੱਸਿਆ। ਜਦੋਂ ਮੈਂ 15 ਤੋਂ ਬਾਅਦ ਉਹਦੇ 'ਤੇ ਕੰਮ ਕਰਨਾ ਸ਼ੁਰੂ ਕੀਤਾ, 20 ਤਰੀਕ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਮੈਂ ਠੀਕ ਹੋ ਰਿਹਾ। 15 ਤੋਂ 20 ਤੱਕ ਜਿਹੜਾ ਕਮਾਇਆ ਇਹਨੂੰ ਪੂਰਬ ਕਮਾਇਆ ਕਹਿੰਦੇ ਨੇ। ਲੇਕਿਨ ਜਦੋਂ ਉਹਦੇ ਨੈਗੇਟਿਵ ਅਰਥ ਆਉਣਗੇ ਤਾਂ ਹੋਏਗਾ ਜੋ ਤੂੰ ਪਹਿਲਾਂ ਸੋਚਿਆ ਹੈ, ਜੋ ਤੂੰ ਪਹਿਲਾਂ ਕਮਾਇਆ ਹੈ, ਜੋ ਤੂੰ ਮੰਦੇ ਖਿਆਲ ਕੀਤੇ ਨੇ, ਉਹਨਾਂ ਦੇ ਕਾਰਨ ਤੇਰੇ ਭੈੜੇ ਰਿਜ਼ਲਟ ਨਿਕਲੇ ਨੇ। ਉਹਨੂੰ ਕਹਿੰਦੇ ਨੇ ਦਿਨ ਰਾਤ ਕਮਾਇੜੋ ਸੁਆਇਓ ਮੱਤ ਹੈ। ਜੋ ਮੈਂ ਦਿਨ ਰਾਤ ਭੈੜਾ ਸੋਚਿਆ ਸੀ ਉਹ ਸਾਹਮਣੇ ਆ ਗਿਆ। ਸੋ ਪੁਰਬ ਲਿਖਿਆ ਫਲ ਪਾਇਆ। ਪੂਰਬ ਲਿਖਿਆ ਫਲ ਪਾਇਆ ਮੀਨਸ ਸੁਹਾਗਣੀ ਸਤਿਗੁਰ ਦੀ ਮੱਤ ਲੈਂਦੀ ਹੈ ਅਤੇ ਉਹਨੂੰ ਇੱਕ ਮਿੱਕਦਾ ਦਾ ਫਲ ਪ੍ਰਾਪਤ। ਨਦਰ ਕਰੇ ਕਿ ਆਪਣੀ ਆਪੇ ਲਏ ਮਿਲਾਏ ਜਿਓ, ਸੁਹਾਗਣੀ ਦੀ ਨਿਸ਼ਾਨੀ। ਦੂਜਾ ਅਸੀਂ ਇਸ ਵਿੱਚ ਟਰਮ ਆਈ ਹੈ ਦੁਹਾਗਣ। ਦੁਹਾਗਣੀ ਭਰਮ ਭੁੱਲੀ, ਦੁਹਾਗਣੀ ਨਾ ਪਿਰ ਅੰਕ ਸਮਾਏ। ਪਿਰ ਕੌਣ ਹੈ? ਸੱਚ ਦਾ ਗਿਆਨ। ਗਿਆਨ ਰਾਵ ਜਬ ਸੀਜੈ ਆਵੈ, ਜਦੋਂ ਮੇਰੀ ਮੱਤ ਦੇ ਨਾਲ ਇਹਦਾ ਮਿਲਾਪ ਹੁੰਦਾ ਹੈ ਤਾਂ ਨਾਨਕ ਭੋਗ ਕਰੇ। ਸੁਰਤ ਮੱਤ ਦਾ ਗਿਆਨ ਦੇ ਨਾਲ ਨਾਨਕ ਵਿਸਾਖੀ ਪ੍ਰਭ ਭਾਵੈ, ਸੁਰਤ ਸ਼ਬਦ ਮਨ ਮਾਨਾ। ਸੁਰਤ ਮਤ ਕਰਕੇ ਸੋ ਦੁਹਾਗਣੀ ਭਰਮ ਭੁੱਲੀ, ਦੁਹਾਗਣੀ ਨਾ ਫਿਰ ਅੰਕ ਸਮਾਏ। ਉਹਨੂੰ ਸੱਚ ਦਾ ਗਿਆਨ ਪਸੰਦ ਹੀ ਨਹੀਂ ਆਉਂਦਾ। ਜਿਹਨੂੰ ਸੱਚ ਦਾ ਗਿਆਨ ਪਸੰਦ ਨਾ ਆਵੇ ਉਹ ਦੁਹਾਗਣ ਹੈ। ਅਸੀਂ ਸਰੀਰਕ ਤਲ 'ਤੇ ਇੱਕ ਇਸਤਰੀ ਸੁਹਾਗਣ ਹੈ, ਇੱਕ ਦੁਹਾਗਣ ਹੈ, ਅਸੀਂ ਉਹਦੀਆਂ ਗੱਲਾਂ ਨਹੀਂ ਕਰ ਰਹੇ ਹਾਂ। ਦੁਹਾਗਣੀਆਂ ਕਿਆ ਨਿਸ਼ਾਨੀਆਂ? ਖਸਮੋ ਕੁੱਥੀਆਂ। ਖਸਮੋ ਕੁੱਥੀਆਂ ਮੀਨਸ ਸੱਚ ਦੇ ਮਾਰਗ ਤੋਂ ਦੂਰ। ਨਾਨਕ ਅੰਨੇ ਸੇ ਨਾ ਆਖੀਆਂ ਜਿਨ ਮੁਖ ਲੋਏ ਨਾਏ, ਅੰਨੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ। ਖਸਮੋ ਕੁੱਥੇ ਜਾਏ ਮੀਨਸ ਸੱਚ ਦੇ ਮਾਰਗ ਤੋਂ ਵਾਂਡਰ ਅਵੇ, ਬਾਹਰ ਫਿਰਦੇ ਰਹਿੰਦੇ ਨੇ, ਦੂਰ ਫਿਰਦੇ ਰਹਿੰਦੇ ਨੇ। ਮੈਲੇ ਵੇਸ ਤਿਨਾ ਕਾਮਣੀ, ਉਹ ਮੱਤ ਉੱਤੇ ਮੈਲਾ ਚੋਲਾ ਪਾ ਲੈਂਦੇ ਨੇ। ਦੁਖੀ ਰਹਿਣ ਵਿਆਹੇ, ਉਹਨਾਂ ਦੀ ਜ਼ਿੰਦਗੀ ਰੂਪੀ ਰਹਿਣ ਦਿਨ ਰਾਤ ਉਹ ਦੁਖੀ ਰਹਿੰਦੇ ਨੇ। ਰਹਿਣ ਦਾ ਮਹੀਨਾ ਰਾਤ ਨਹੀਂ ਹੁੰਦਾ। ਸੋ ਸੁਹਾਗਣੀ ਔਰ ਦੁਹਾਗਣੀ ਤੋਂ ਬਾਅਦ ਹੁਣ ਇਸ ਸ਼ਲੋਕ ਦੇ ਅਰਥ ਭਾਵ ਅਰਥ ਵਿੱਚ ਸਮਝਾਂਗੇ। ਜਦੋਂ ਮੈਂ ਇੱਕ ਪਲ ਲਈ ਵੀ ਸਤਿਗੁਰ ਦੀ ਮੱਤ ਨਾਲ ਨਹੀਂ ਰਹਿੰਦੀ, ਵਿਜ਼ਡਮ ਵਾਲੀ ਮੱਤ ਨਹੀਂ ਹੈ, ਤਦੋਂ ਮੇਰਾ ਮਨ ਅਤੇ ਸਾਰਾ ਮਨ ਦੇ ਕਾਰਨ ਤਨ
ਵਿਜ਼ਡਮ ਦੇ ਰਸਤੇ ਤੋਂ ਬੇਮੁਖ ਹੋ ਜਾਂਦਾ ਹੈ। ਅੱਜ ਨਾ ਸੁੱਤੀ ਕੰਤ ਸਿਓ, ਕੰਤ ਹੈ ਵਿਜ਼ਡਮ, ਗਿਆਨ ਰਾਵ। ਮੈਂ ਉਸ ਪਾਸੋਂ ਮੁੱਖ ਮੋੜਿਆ, ਅੱਜ ਨਾ ਸੁੱਤੀ ਕੰਤ ਸਿਓ। ਸੁੱਤੀ ਦਾ ਮਤਲਬ ਸਰੀਰਕ ਨਹੀਂ, ਸੁੱਤੀ ਦਾ ਮਤਲਬ ਅੱਖਾਂ ਬੰਦ ਕਰਕੇ ਸੋਣਾ ਨਹੀਂ, ਸੁੱਤੀ ਦਾ ਮਤਲਬ ਮਾਇਕ ਪਦਾਰਥਾਂ ਦੇ ਖਚਤ ਜੀਵਨ ਵੱਲੋਂ ਸੋਣਾ। ਉਹਨੂੰ ਕਹਿੰਦੇ ਨੇ ਜਾਗਣ ਤੇ ਸੁਪਨਾ ਭਲਾ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਣਾ ਪੀਰ ਮਿਲਿਆ। ਸੋ ਬੇਮੁਖ ਹੋ ਜਾਂਦਾ ਹੈ। ਜੋ ਲੋਕ ਜਾਏ ਪੁੱਛੋ ਸੁਹਾਗਣੀ, ਜੋ ਲੋਕ ਮਤ ਕਰਕੇ ਮਨ ਕਰਕੇ ਸਾਰਾ ਤਨ ਸੱਚ ਨੂੰ ਅਰਪਿਤ ਨਹੀਂ ਹੁੰਦੇ, ਉਹਨਾਂ ਦੀ ਜ਼ਿੰਦਗੀ ਰੂਪੀ ਰਹਿਣ ਦੁਖਦਾਈ ਬੀਤਦੀ ਹੈ। ਛੁੱਟਣਾ ਮਾਇਆ ਦੇ ਬੰਧਨ ਪੈਂਦੇ ਰਹਿੰਦੇ ਨੇ, ਤ੍ਰਿਸ਼ਨਾ ਦੁਬਦਾ ਵੱਧਦੀ ਰਹਿੰਦੀ ਹੈ, ਨਰਕ ਦੀ ਅਗਨ 'ਚ ਦੁਖਦੇ ਰਹਿੰਦੇ ਨੇ, ਤ੍ਰਿਸ਼ਨਾ ਵੈਰ ਨਫ਼ਰਤ ਈਰਖਾ ਵੱਧਦੀ ਰਹਿੰਦੀ ਹੈ। ਸੋ ਐਸੀ ਮਤ ਵਾਲੇ ਨੂੰ ਕਹਿੰਦੇ ਨੇ ਦੁਹਾਗਣੀ, ਦੁਹਾਗਣ। ਦੁਹਾਗਣ ਮਤ ਵਾਲੇ ਨਿਸ਼ਫਲ ਜੀਵਨੀ ਬਿਤਾਉਂਦੇ ਹਨ, ਚਲੇ ਜੁਆਰੀ ਦੋਏ ਹੱਥ ਝਾੜ। ਜਾਏ ਪੁੱਛੋ ਦੁਹਾਗਣੀ, ਤੁਮ ਕਿਉਂ ਰਹਿਣ ਵੀ ਆਏ? ਆਏ ਤੁਸੀਂ ਸੱਚ ਨਾਲ ਜੁੜਦੇ ਵੀ ਨਹੀਂ ਹੋ, ਫਿਰ ਜ਼ਿੰਦਗੀ ਤੁਹਾਡੀ ਕਿਸ ਤਰ੍ਹਾਂ ਬੀਤ ਰਹੀ ਹੈ? ਮੈਂ ਤੇ ਮਹਿਸੂਸ ਕੀਤਾ ਕਿ ਖੁਆਰੀ ਵਾਲੀ ਹੁੰਦੀ ਸੀ। ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜ ਮੁੜ ਜਾਏ। ਇਸ ਦੇ ਅਸੀਂ ਸ਼ਲੋਕ ਦੇ ਭਾਵ-ਅਰਥ ਸਮਝੇ। ਤੁਸੀਂ ਇਹਦੇ 'ਚੋਂ ਕੋਈ ਸਵਾਲ ਕਰਨਾ ਹੋਏ ਤਾਂ ਕਰ ਸਕਦੇ ਹੋ। ਮੇਰਾ ਇਹ ਖਿਆਲ ਹੈ ਕਿ ਜਿਹੜਾ 10 ਮਾਸ ਦੀ ਐਗਜ਼ਾਮਪਲ ਹੈ, ਉਹ ਪੁਰਾਣੇ ਬਜ਼ੁਰਗਾਂ ਕੋਲੋਂ ਮੈਂ ਸੁਣਦਾ ਰਿਹਾ। ਸਾਡੇ ਮਾਤਾ ਜੀ ਉਹ ਵੱਡੇ ਦੱਸਦੇ ਸਨ, ਪੁਰਾਣੇ ਸਮੇਂ 10 ਮਹੀਨੇ ਤੱਕ ਵੀ ਬੱਚਾ ਹੁੰਦਾ ਸੀ, 10ਵੇਂ ਮਹੀਨੇ ਤੋਂ ਬਾਅਦ। ਅਤੇ ਕਿਉਂਕਿ ਫਿਜ਼ੀਕਲੀ ਅਸੀਂ ਉਦੋਂ ਬੜੇ ਹੋਰ ਸਾਂ, ਅੱਜ ਹੋਰ ਹਾਂ, ਅਤੇ ਇਸ ਕਰਕੇ ਉਹ 10 ਮਾਸ 9 ਮਾਸ ਗਿਣਤੀ ਨਾਲ ਕੋਈ ਸੰਬੰਧ ਨਹੀਂ। ਉਦੋਂ ਜਿਹੜਾ ਸੋ ਕਾਲ ਟਾਈਮ ਲੱਗਦਾ ਸੀ, ਉਹਦੇ 'ਚ 10 ਮਾਸ। ਉਹਨੂੰ ਗਿਆਨ ਇੰਦਰੀਆਂ ਕਰਮ ਇੰਦਰੀਆਂ ਨਾਲ ਲਾਉਣਾ, ਇਹ ਤਾਂ ਚਲੋ ਤੁਹਾਡੀ ਇੰਟਰਪ੍ਰੀਟੇਸ਼ਨ ਆ। ਅਤੇ ਵੈਸੇ ਮੈਂ 10 ਮਾਸ ਬਾਰੇ ਜਾਣਕਾਰੀ ਜਾਂ ਸਾਂਝੀ ਕਰਨ ਆਇਆ, ਇੰਨੀ ਗੱਲ। ਤੁਹਾਡਾ ਨਾਂ ਕੀ ਹੈ? ਹਾਂ, ਮਾਨਯੋਗ ਵੀਰ ਜੋਗਿੰਦਰ ਸਿੰਘ ਜੀ, ਤੁਹਾਡਾ ਸਾਂਝ ਕਰਨ ਦਾ ਸ਼ੁਕਰੀਆ। ਅਸੀਂ ਨਾ ਜਦੋਂ ਲਫ਼ਜ਼ਾਂ ਦੇ ਅਰਥ ਸਮਝਦੇ ਹਾਂ ਨਾ, ਤਾਂ ਅਸੀਂ ਫਿਰ ਸਾਰੇ ਲਫ਼ਜ਼ਾਂ ਦੇ ਆਤਮਕ ਅਰਥ ਸਮਝਦੇ ਹਾਂ। ਜੇ ਉਰਦਮੁਖ ਦੇ ਮੈਨੇ ਅਸੀਂ ਆਤਮਕ ਕਰਦੇ ਪਏ ਹਾਂ, ਤਾਂ 10 ਮਾਸ ਦੇ ਅਰਥ ਵੀ ਮੈਨੂੰ ਆਤਮਕ ਹੀ ਕਰਨੇ ਪੈਣਗੇ। ਇਹ ਗੱਲ ਇਹਨਾਂ ਦੀ ਆਪਣੀ ਜਗ੍ਹਾ ਦਰੁਸਤ ਅਸੀਂ ਮੰਨ ਸਕਦੇ ਹਾਂ ਕਿ 9 ਮਹੀਨੇ ਲੱਗੇ ਜਾਂ 10 ਮਹੀਨੇ ਲੱਗੇ, ਲੇਕਿਨ ਉਹ ਸਰੀਰਕ ਅੰਗਾਂ ਦੇ ਘਾੜਤ ਦੀ ਤਾਂ ਗੱਲ ਚੱਲ ਹੀ ਨਹੀਂ ਰਹੀ। ਉਰਦਮੁਖ ਰਹਿਤਾ। ਸੋ ਅਸੀਂ ਜਦੋਂ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਅਤੇ ਉਹ ਬੰਦਾ ਇੰਨਾ ਫੁੱਲ ਥੋੜ੍ਹਾ ਨਾ ਜਾਂਦਾ ਹੈ। ਹੰਕਾਰ 'ਚ ਫੁੱਲਿਆ ਹੋਇਆ ਤਾਂ ਮਨ ਹੀ ਹੁੰਦਾ ਨਾ। ਸੋ ਸਾਰੀ ਅਸੀਂ ਆਤਮਕ ਸਾਂਝ ਕੀਤੀ ਹੈ। ਅਸੀਂ ਟੌਪਿਕ ਦੀ ਗਹਿਰਾਈ ਨੂੰ ਸਮਝਣਾ ਹੈ ਕਿ ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਸੋ ਉਹ ਜਿਹੜਾ 10 ਮਾਸ ਉਰਦਮੁਖ ਰਹਿਤਾ, ਉਹ ਮੇਰੇ ਵੈਸੇ ਟੌਪਿਕ ਦਾ ਹਿੱਸਾ ਨਹੀਂ ਹੈ। ਮਾਨਯੋਗ ਰਵਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ, ਹਾਂਜੀ, ਉਹ ਵੈਸੇ ਮੇਰੇ ਉਹਦਾ ਹਿੱਸਾ ਨਹੀਂ ਹੈ। ਅਸੀਂ ਸਾਂਝ ਕਰ ਰਹੇ ਸੀ ਕਿ ਅਸੀਂ ਸ਼ਬਦਾਂ ਦੇ ਅਰਥਾਂ ਨੂੰ ਆਤਮਕ ਟੁਕਾ ਕੇ ਕਿਸ ਤਰ੍ਹਾਂ ਸਮਝਣ ਦਾ ਯਤਨ ਕਰਦੇ ਹਾਂ। ਜੇ ਉਹਦੇ ਨਾਲ ਨਾ ਵੀ ਸਹਿਮਤੀ ਹੋਏ ਤਾਂ ਉਹਨੂੰ ਆਊਟ ਕੀਤਾ ਜਾ ਸਕਦਾ ਹੈ, ਕਿਉਂਕਿ ਮੈਂ ਤਾਂ ਇੱਥੇ ਫਾਈਨਲ ਅਰਥ ਕਰਨ ਆਇਆ ਹੀ ਨਹੀਂ ਹਾਂ। ਔਰ ਇਹ ਨਹੀਂ ਕਹਿਣ ਆਇਆ ਕਿ ਮੈਨੂੰ ਠੀਕ ਸਮਝ ਆ ਗਿਆ, ਬਾਕੀਆਂ ਨੂੰ ਗਲਤ ਸਮਝ ਆਇਆ, ਇਹ ਵੀ ਮੇਰਾ ਕੋਈ ਖਿਆਲ ਨਹੀਂ ਹੈ। ਮੈਨੂੰ ਜੋ ਸਮਝ ਆਇਆ ਉਹ ਮੈਂ ਸਾਂਝ ਕੀਤੀ ਹੈ। ਉਸ ਤਰ੍ਹਾਂ ਤੁਸੀਂ ਬਾਕੀ ਸ਼ਬਦਾਂ 'ਤੇ ਵੀ ਟੁਕਾ ਕੇ ਦੇਖਣਾ। ਤੁਹਾਨੂੰ ਕੰਟਰਾਡਿਕਸ਼ਨ ਜੇ ਨਹੀਂ ਮਿਲਦੀ ਤਾਂ ਫਿਰ ਅਸੀਂ ਉਸ ਨੂੰ ਸੋਚ ਸਕਦੇ ਹਾਂ। ਵੀਰ ਜੀ ਉਹਨਾਂ ਨੇ ਗੱਲ ਕੀਤੀ ਸੀ ਵੀ ਨਿੰਦਾ ਨਹੀਂ ਕਰਨੀ ਚਾਹੀਦੀ। ਮੈਂ ਬੇਨਤੀ ਕਰਦਾ ਵੀਰ ਜੀ ਨੂੰ, ਨਿੰਦਾ ਨੂੰ ਥੋੜ੍ਹਾ ਡਿਫਾਈਨ ਕਰੋਗੇ ਵੀ ਕਿਸ ਤਰ੍ਹਾਂ? ਜਿੱਦਾਂ ਅਸੀਂ ਦੇਖਦੇ ਹਾਂ ਵੀ ਫੁੱਲ ਨੂੰ ਫੁੱਲ ਕਹਿਣਾ ਉਹਦੀ ਪ੍ਰਸ਼ੰਸਾ ਨਹੀਂ ਹੈ, ਹੈ ਨਾ, ਉਹਦਾ ਸੁਭਾਅ ਆ। ਅਤੇ ਕੰਡੇ ਨੂੰ ਕੰਡਾ ਕਹਿਣਾ ਉਹਦੀ ਨਿੰਦਾ ਨਹੀਂ ਹੈ, ਕਿਉਂਕਿ ਉਹ ਹੈ ਹੀ ਕੰਡਾ। ਹੁਣ ਜੇਕਰ ਅਸੀਂ ਕੰਡੇ ਨੂੰ ਕੰਡਾ ਨਾ ਕਹਾਂਗੇ ਤਾਂ ਉਹਦੀ ਨਿੰਦਿਆ ਨਹੀਂ, ਨਾ ਹੀ ਉਹਦੀ ਕੋਈ ਵਡਿਆਈ ਆ। ਫੁੱਲ ਨੂੰ ਫੁੱਲ ਕਹਿਣਾ ਉਹਦੀ ਵਡਿਆਈ ਵੀ ਨਹੀਂ ਅਤੇ ਨਿੰਦਾ ਵੀ ਨਹੀਂ। ਪਲੀਜ਼ ਇਹਨੂੰ ਡਿਫਾਈਨ ਕਰਿਓ ਜੀ ਥੋੜ੍ਹਾ।
ਤੁਹਾਡਾ ਕੀ ਨਾਂ ਹੈ? ਸਿਮਰਪ੍ਰੀਤ ਸਿੰਘ। ਸਿਮਰਪ੍ਰੀਤ ਸਿੰਘ ਜੀ। ਅਸੀਂ ਨਾ ਜਦੋਂ ਪੜ੍ਹਦੇ ਹਾਂ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਇਹਦਾ ਮਤਲਬ ਸੰਤ ਇੱਥੇ ਪੋਜ਼ਿਟਿਵ ਸੈਂਸ ਵਿੱਚ ਆਇਆ। ਉੱਚਾ ਬੋਲੋ। ਯੈਸ, ਠੀਕ ਹੈ, ਪੋਜ਼ਿਟਿਵ ਸੈਂਸ ਵਿੱਚ ਆਇਆ ਨਾ। ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਤਾਂ ਅੱਗੇ ਆਇਆ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਉੱਥੇ ਸੰਤ ਦੀ ਨਿੰਦਾ ਕਰਨਾ ਮਾੜੀ ਗੱਲ ਹੈ ਨਾ। ਤਾਂ ਅਸੀਂ ਕਿਵੇਂ ਚੈੱਕ ਕਰਦੇ ਹਾਂ ਕਿ ਇਹ ਸੰਤ ਸਰੀਰਕ ਜਿਹੜਾ ਬਾਬਾ ਜੀ ਹੈ ਇਹ ਸਹੀ ਹੈ ਜਾਂ ਗਲਤ ਹੈ? ਕਿਵੇਂ ਚੈੱਕ ਕਰਦੇ ਹਾਂ? ਕੋਈ ਥਰਮਾਮੀਟਰ ਹੈ ਤੁਹਾਡੇ ਕੋਲ? ਨਹੀਂ ਹੈ ਨਾ। ਸੋ ਜਿਹੜੀ ਸਿਮਰਪ੍ਰੀਤ ਸਿੰਘ ਜੀ ਨੇ ਜਿਹੜਾ ਆਪਣਾ ਲੌਜਿਕ ਰੱਖਿਆ ਨਾ, ਕੰਡੇ ਨੂੰ ਕੰਡਾ ਕਹਿਣਾ ਨਿੰਦਾ ਨਹੀਂ, ਫੁੱਲ ਨੂੰ ਫੁੱਲ ਕਹਿਣਾ ਉਸਤਤ ਨਹੀਂ, ਤਾਂ ਇਸ ਤਰ੍ਹਾਂ ਕਿਸੇ ਦਾ ਕੋਈ ਅਵਗੁਣ ਦੱਸਣਾ ਨਿੰਦਾ ਨਹੀਂ। ਠੀਕ ਹੈ। ਅਸੀਂ ਗੱਲ ਕਰਦੇ ਪਏ ਹਾਂ ਸ਼ਬਦ ਨੂੰ ਮੇਰੇ 'ਤੇ ਟਿਕਾਉਣਾ ਹੈ। ਮੈਨੂੰ ਕਿਸੇ ਦੀ ਗੱਲ ਕਰਨੀ ਨਹੀਂ। ਅਸੀਂ ਸੰਤ ਕੀ ਸਮਝਿਆ? ਚੰਗੇ ਗੁਣ, ਰੱਬੀ ਗੁਣਾਂ ਨੂੰ ਅਸੀਂ ਸੰਤ ਸਮਝਿਆ। ਤਾਂ ਫਿਰ ਰੱਬੀ ਗੁਣਾਂ ਦੀ ਨਿੰਦਾ ਕਿਵੇਂ ਹੁੰਦੀ ਹੈ? ਜੇ ਤਾਂ ਸਰੀਰਕ ਸੰਤ ਬਣਾਵਾਂਗੇ ਤਾਂ ਸਰੀਰਕ ਤੌਰ 'ਤੇ ਉਹਦੀ ਸ਼ਰਨ ਜਾਣ ਨੂੰ ਸ਼ਰਨ ਸਮਝਾਂਗੇ। ਸਰੀਰਕ ਤੌਰ 'ਤੇ ਕਿਸੇ ਜਗ੍ਹਾ ਜਾਣ ਨੂੰ ਸ਼ਰਨ ਕਹਿੰਦੇ ਨੇ? ਨਹੀਂ ਨਾ। ਤਾਂ ਇਹਦਾ ਮਤਲਬ ਸ਼ਰਨ ਪੈਣਾ ਵੀ ਕੋਈ ਆਤਮਕ ਗੱਲ ਚੱਲ ਰਹੀ ਹੈ, ਸੰਤ ਵੀ ਕੋਈ ਆਤਮਕ ਗੱਲ ਚੱਲ ਰਹੀ ਹੈ। ਸਾਰੇ ਲੜੀਵਾਰ ਸਾਰੇ ਅੱਖਰਾਂ ਦੇ ਅਰਥ ਆਤਮਕ ਹੀ ਕਰਨੇ ਪੈਣਗੇ। ਜਾਂ ਤਾਂ ਆਤਮਕ ਅਧਿਆਤਮਕ ਰੂਹਾਨੀਅਤ ਵਾਲੇ ਅਰਥ ਕਰੀਏ, ਜਾਂ ਅੱਧੇ ਉਹ ਕਰ ਲਈਏ ਅੱਧੇ ਉਹ ਕਰ ਲਈਏ, ਮਿਲਗੋਬਾ ਕਰ ਲਈਏ। ਸੋ ਨਿੰਦਕ ਦੇ ਅਰਥ ਵੀ ਸਮਝਣੇ ਪੈਣਗੇ। ਜੋ ਸੱਚ ਤੋਂ ਮੂੰਹ ਫੇਰਦਾ ਹੈ ਉਹਨੂੰ ਨਿੰਦਕ ਕਹਿੰਦੇ ਨੇ। ਫਲਾਣਾ ਬੰਦਾ ਮਾੜਾ ਹੈ, ਇਹ ਕਹਿਣ ਦਾ ਅਸੀਂ ਠੇਕਾ ਨਹੀਂ ਲਿਆ, ਕਿਉਂਕਿ ਸ਼ਬਦ ਦੀ ਵਿਚਾਰ ਤੋਂ ਅਸੀਂ ਆਊਟ ਹੋ ਜਾਵਾਂਗੇ, ਕਿਸੇ ਬੰਦੇ ਦੀ ਗੱਲ ਕਰਨੀ ਸ਼ੁਰੂ ਕਰ ਦਿਆਂਗੇ। ਸੰਗਤ ਆਈ ਹੈ, ਸਾਧ ਸੰਗਤ ਜੀ। ਸੰਗਤ ਕਿਹਨੂੰ ਮੱਥਾ ਟੇਕਦੀ ਹੈ? ਗੁਰੂ ਗ੍ਰੰਥ ਸਾਹਿਬ ਜੀ ਨੂੰ। ਤਾਂ ਸਾਡਾ ਫਰਜ਼ ਬਣਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਸੁਣਨਾ, ਚੰਗੇ ਚੰਗੇ ਗੁਣਾਂ ਨੂੰ ਆਪਣੇ ਜੀਵਨ 'ਤੇ ਟੁਕਾਉਣਾ, ਟੁਕਾ ਕੇ ਵੈਸੇ ਵਾਲਾ ਸੁਭਾਅ ਦ੍ਰਿੜ ਕਰ ਲੈਣਾ, ਇਹਨੂੰ ਚੰਗੇ ਗੁਣਾਂ ਦੀ ਸ਼ਰਨ ਲੈਣਾ ਕਹਿੰਦੇ ਹਨ। ਸੰਤ ਸ਼ਰਨ ਜੋ ਜਨ ਪਰੈ। ਅਸੀਂ ਨਹੀਂ ਡਿਸਾਈਡ ਕਰ ਸਕਦੇ ਫਲਾਣੇ ਫਲਾਣੇ ਸੰਤ ਚੰਗੇ ਨੇ ਤੇ ਫਲਾਣੇ ਫਲਾਣੇ ਸੰਤ ਮਾੜੇ ਨੇ। ਮਾੜਿਆਂ ਨੂੰ ਕੰਡਾ ਕਰਕੇ ਨਿੰਦਣਾ ਜ਼ਰੂਰ ਹੈ। ਕਿਸ ਤਰ੍ਹਾਂ ਲੇਬਲ ਤੁਸੀਂ ਕਿਸ ਤਰ੍ਹਾਂ ਕਰੋਗੇ? ਅਸੀਂ ਇੱਕ ਵਾਰੀ ਕਬੀਰ ਸਾਹਿਬ ਦੇ ਲੜੀਵਾਰ ਸੰਗਤ ਸੈਮੀਨਾਰ ਵਿੱਚ ਡਿਸਕਸ ਕੀਤਾ ਸੀ। ਕਬੀਰ ਸਾਖਤ ਸੰਗ ਨਾ ਕੀਜੀਏ। ਕਿਸ ਮਨੁੱਖ ਨੂੰ ਸਾਖਤ ਕਹੋਗੇ? ਕਹਿ ਸਕਦੇ ਹੋ ਤੁਹਾਡੇ 'ਚੋਂ ਆਪਸ ਵਿੱਚ ਨੇੜੇ ਤੇੜੇ ਤੁਹਾਡੇ ਬੈਠੇ ਹੋਏ ਨੇ, ਤੁਹਾਡੇ ਟੱਬਰ ਵਾਲੇ ਨੇ, ਤੁਹਾਡੇ ਦੋਸਤ ਮਿੱਤਰ ਨੇ, ਇਹ ਦੁਨੀਆ ਹੈ। ਮੈਂ ਅੱਜ ਕਾਲਜ ਆਇਆ, ਇਸ ਕਾਲਜ ਵਿੱਚ ਬੜੇ ਸਾਰੇ ਇਸਤਰੀ ਮਰਦ ਨੇ, ਪ੍ਰਿੰਸੀਪਲ ਸਾਹਿਬ ਨੇ, ਪ੍ਰੋਫੈਸਰ ਸਾਹਿਬ ਨੇ, ਹੋਰ ਬੜੇ ਸਾਰੇ ਇੱਥੇ ਨੇ। ਮੈਂ ਕਿਸ 'ਤੇ ਉਂਗਲ ਲਗਾ ਕੇ ਕਵਾਂ ਕਿ ਤੁਸੀਂ ਸਾਖਤ ਹੋ, ਜਾਂ ਇਹ ਸਾਰੇ ਮੰਨੂ ਕਹਿਣ ਕਿ ਤੂੰ ਸਾਖਤ ਹੈ? ਐਂ ਤਾਂ ਅਸੀਂ ਇੱਕ ਦੂਜੇ 'ਤੇ ਉਂਗਲਾਂ ਹੀ ਚੁੱਕਦੇ ਰਹਿ ਜਾਵਾਂਗੇ। ਸੋ ਜੋ ਸੋਚ ਮੰਦੇ ਖਿਆਲਾਂ ਵਾਲੀ ਹੈ, ਜੋ ਸੋਰਸ ਮੰਦੇ ਖਿਆਲਾਂ ਦੀ ਹੈ, ਉਸ ਨੂੰ ਸਾਖਤ ਕਹਿੰਦੇ ਨੇ। ਸਾਖਤ ਸੰਗ ਨਾ ਕੀਜੀਏ। ਜੀ ਦੂਰ ਹੈ ਜਾਈਏ ਭਾਗ, ਦੂਰੋਂ ਕਿਵੇਂ ਨੱਸਾਂਗੇ? ਮੈਂ ਇੱਕ ਪਾਰਟੀ 'ਚ ਗਿਆ,
ਅੱਗੋਂ ਤੋਂ ਮੈਂ ਪਾਰਟੀ ਵਾਲਿਆਂ ਨੂੰ ਕਹਿ ਦਾਂਗਾ ਤੁਹਾਡੇ ਉੱਥੇ ਸਾਕਤ ਆਉਂਦੇ ਨੇ, ਮੈਂ ਨਹੀਂ ਆਇਆ ਕਰਾਂਗਾ। ਇੰਝ ਹੋ ਸਕਦਾ ਹੈ? ਉਹ ਸਾਕਤ ਨੂੰ ਤਾਂ ਮੈਂ ਕੁਛ ਨਾ ਕਹਾਂ, ਘਰ ਵਾਲਿਆਂ ਨੂੰ ਕਹਾਂ ਅੱਗੋਂ ਤੋਂ ਮੈਨੂੰ ਪਾਰਟੀ ਤਾਂ ਬੁਲਾਇਆ ਕਰੋ। ਆਪਣੇ ਰੁਝਾਵੇਂ ਵਾਲੇ ਜਿਹੜਾ ਮੇਰਾ ਪਰਿਵਾਰ ਹੈ, ਦੋਸਤ ਮਿੱਤਰ ਨੇ, ਜ਼ਿੰਦਗੀ ਹੈ, ਉਹਦੇ 'ਚ ਮੈਂ ਲੋਕਾਂ ਨੂੰ ਕਹਾਂ ਅਸੀਂ ਨਹੀਂ ਪਾਰਟੀ 'ਤੇ ਜਾਂਦੇ ਹੁੰਦੇ, ਅਸੀਂ ਤਾਂ ਸਾਕਤਾਂ ਨਾਲ ਨਹੀਂ ਬਹਿੰਦੇ ਹੁੰਦੇ, ਇਹ ਤਾਂ ਮੇਰਾ ਹੰਕਾਰ ਹੈ। ਦੂਰੇ ਜਾਈਏ ਭਾਗ ਕੀ ਹੁੰਦਾ ਹੈ? ਟ੍ਰੈਫਿਕ ਜਾਮ ਹੋਵੇ, ਤੁਸੀਂ ਇੱਕ ਕਦਮ ਵੀ ਆਪਣਾ ਸਕੂਟਰ, ਰਿਕਸ਼ਾ ਜਾਂ ਕਾਰ ਨਾ ਹਿਲਾ ਸਕਦੇ ਹੋ, ਨਾਲ ਵਾਲੀ ਕਾਰ ਹੀ ਸਾਕਤ ਆ ਜਾਏ, ਕਾਰ ਛੋੜ ਕੇ ਨਸ ਜਾਓਗੇ? ਹਿਲ ਤੇ ਸਕਦੇ ਨਹੀਂ ਪਏ। ਜੋ ਅਰਥ ਪ੍ਰੈਕਟੀਕਲ ਸਾਡੇ 'ਤੇ ਢੁਕਦੇ ਹੋਣ ਔਰ ਮੈਂ ਉਹਨਾਂ ਨੂੰ ਜੀ ਕੇ ਅਮਲੀ ਤੌਰ 'ਤੇ ਅਵਗੁਣਾਂ ਤੋਂ ਛੁੱਟ ਸਕਾਂ, ਉਹ ਅਰਥ ਅਪਲਾਈ ਕਰਨ ਵਾਲੇ ਪਾਸੇ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਸੰਗਤ ਕੁਝ ਮੂਵ ਤੇ ਹੋਵੇ, ਸੰਗਤ ਆਤਮਕ ਤੌਰ 'ਤੇ ਕੁਝ ਹਿੱਲੇ ਤਾਂ ਸਹੀ, ਸੰਗਤ ਨੂੰ ਕੋਈ ਉਡਾਰੀ ਤੇ ਮਿਲੇ। ਸੋ ਕਬੀਰ ਸਾਹਿਬ ਕਹਿੰਦੇ ਨੇ ਸਾਕਤ ਸੰਗ ਨਾ ਕੀਜੀਏ, ਮੰਦੇ ਖਿਆਲਾਂ ਦਾ ਸੰਗ ਨਾ ਕਰਿਆ ਕਰ। ਮੰਦੇ ਖਿਆਲਾਂ ਦੀ ਜੋ ਵੀ ਸੋਰਸ ਹੈ ਉਹਦਾ ਸੰਗ ਨਾ ਕਰਿਆ ਕਰ। ਔਰ ਸੰਗ ਸਰੀਰਕ ਨਹੀਂ ਹੈ। ਸਾਹਮਣੇ ਟੀਵੀ ਤੇ ਦਿਖਾ ਰਹੇ ਨੇ ਕਿਸੇ ਦੇ ਬਾਰੇ ਗੰਦ ਬਲਾ, ਕਿਸੇ ਦੇ ਬਾਰੇ ਨਿੰਦਾ ਕਰ ਰਹੇ ਨੇ। ਜੇ ਇਹਦੀ ਗੱਲ ਸੁਣ ਕੇ ਮੈਂ ਵੀ ਉਹਦੇ ਬਾਰੇ ਮੰਦੀ ਰਾਏ ਬਣਾ ਲਈ ਤਾਂ ਮੇਰੀ ਸੁਰਤ ਨੇ ਮੰਦੇ ਖਿਆਲਾਂ ਦਾ ਸੰਗ ਕਰ ਲਿਆ ਹੈ। ਜੇ ਮੇਰਾ ਬੱਚਾ ਟੀਵੀ ਤੇ ਦੇਖਦਾ ਹੈ ਅਸ਼ਲੀਲ ਕੱਪੜੇ ਪਾਏ ਹੋਏ ਮੁੰਡੇ ਕੁੜੀਆਂ ਡਾਂਸ ਕਰ ਰਹੇ ਨੇ, ਜੇ ਮੇਰਾ ਬੱਚਾ ਉਹ ਅਸ਼ਲੀਲ ਕੱਪੜੇ ਨਹੀਂ ਪਾਉਂਦਾ, ਡਾਂਸ ਨਹੀਂ ਕਰਦਾ, ਤਾਂ ਮੇਰੇ ਬੱਚੇ ਨੇ ਉਹਨੂੰ ਵੇਖਿਆ ਤੇ ਹੈ ਪਰ ਸੁਰਤ ਮਤ ਬੁੱਧ ਕਰਕੇ ਸੰਗ ਨਹੀਂ ਕੀਤਾ ਉਹਦਾ, ਕਿਉਂਕਿ ਉਹ ਅਮਲੀ ਤੌਰ 'ਤੇ ਉਹ ਪੈੜਾ ਨਹੀਂ ਜੀ ਰਿਹਾ। पर जे वो अश्लील कपड़े पा के कहे पापा मम्मी मेरे को तो डांस करना है, बाकी लड़के भी बच्चे करते हैं, कुड़ियाँ कॉलेज से जाती हैं, आज तो बड़ा मनु ज्ञानन समझण लग पैन गियां, ਤਾਂ ਫਿਰ मानो मेरी बच्ची ने साकत संग कर लिया। टीवी ते देखिया सी या इंटरनेट ते देखिया सी या सैल फोन ते MMS ਦੇ ਨਾਲ ਇੱਕ ਭੈੜਾ ਜਿਹਾ ਸੀਨ ਵੇਖਿਆ ਸੀ, ਕੋਈ ਫੈਸ਼ਨ ਦਾ ਗੰਦਾ ਕੱਪੜਾ ਵੇਖਿਆ ਸੀ। ਪਰ ਜੇ ਸੁਰਤ ਨੇ ਲੈ ਲਿਆ ਨਾ, ਸੰਗ ਕਿਨੇ ਕੀਤਾ? ਸੁਰਤ ਨੇ, ਮਨ ਨੇ, ਬੁੱਧ ਨੇ, ਮਤ ਨੇ, ਉਹਨੇ ਕੀਤਾ ਸੰਗ। ਸੋ ਕਬੀਰ ਸਾਹਿਬ ਕਹਿੰਦੇ ਨੇ ਸਾਕਤ ਸੰਗ ਨਾ ਕੀਜੀਏ, ਦੂਰ ਜਾਈਏ ਭਾਗ, ਮੰਦੇ ਖਿਆਲਾਂ ਦੇ ਨਾਲ ਸੰਗ ਨਾ ਕਰਿਆ ਕਰ। ਸਾਨੂੰ ਸੰਗ ਸਰੀਰਕ ਸੰਗਤ ਨੂੰ ਛੁਡਾਉਣਾ ਹੈ, ਕਿਉਂਕਿ ਸੰਗਤ ਇਹੀ ਸਮਝਦੀ ਹੈ ਕੁਛ ਲੋਕੀ ਬੈਠੇ ਹੋਣ ਉਹਨਾਂ ਵਿੱਚ ਚਲੇ ਜਾਓ, ਸੰਗਤ ਹੋ ਗਈ। ਮੈਂ ਬਚਪਨ ਦਾ ਆਪਣਾ ਤਜਰਬਾ ਸੁਣਾਉਂਦਾ ਸੀ। ਅਸੀਂ ਸ਼ਿਨਾਜ਼ਪੁਰੀ ਰਹਿੰਦੇ ਸੀ, ਗੌਰਮੈਂਟ ਫਲੈਟ ਸਨ। ਸੋ 4-5 ਫਲੈਟਾਂ ਦੀਆਂ ਲਾਈਨਾਂ ਤੋਂ ਪਿਛਲੇ ਪਾਸੇ ਦੂਰੋਂ ਸਵੇਰੇ ਪ੍ਰਭਾਤ ਫੇਰੀ ਦੀ ਢੋਲਕੀ ਛਾਣੇ ਦੀ ਆਵਾਜ਼ ਆਉਂਦੀ ਸੀ। ਮੇਰੇ ਮਦਰ ਕਹਿੰਦੇ ਸੀ ਦੇਖ ਪ੍ਰਭਾਤ ਫੇਰੀ ਆ ਰਹੀ ਹੈ, ਉੱਠ ਨਾ ਉੱਠ ਨਾ ਉੱਠ, ਦੇਖ ਪ੍ਰਭਾਤ ਫੇਰੀ ਸਾਡੇ ਘਰ ਅੱਗੋਂ ਵੀ ਲੰਘ ਕੇ ਜਾਏਗੀ, ਉੱਠ। ਮੈਂ ਉੱਠਦਾ ਨਹੀਂ ਸੀ, ਮੈਂ ਸੁੱਤਾ ਰਹਿੰਦਾ ਸੀ। ਉਹਦੀ ਆਵਾਜ਼ ਨੇੜੇ ਆਉਂਦੀ ਜਾਂਦੀ ਸੀ, ਪਿਛਲੇ ਮਹੱਲੇ 'ਚ ਆ ਗਈ ਹੈ, ਹੁਣ ਤੇ ਉੱਠ। ਪ੍ਰਭਾਤ ਫੇਰੀ ਸਾਡੇ ਘਰ ਦੇ ਅੱਗੋਂ ਲੰਘ ਗਈ, ਮੈਂ ਨਹੀਂ ਉੱਠਿਆ। ਉਸ ਤੋਂ ਬਾਅਦ ਵੀ ਮੇਰੇ ਮੰਮੀ ਕਹਿੰਦੇ ਸੀ ਉੱਠ ਨਾ, ਸੰਗਤ ਦੇ ਕਮ ਸੇ ਕਮ ਦਰਸ਼ਨ ਹੀ ਕਰ ਲੈ। ਸੰਗਤ, ਲੋਕਾਂ ਨੂੰ ਸੰਗਤ ਕਹਿੰਦੇ ਨੇ, ਲੋਕਾਂ ਨੂੰ ਦੇਖ ਲੈਣਾ ਸੰਗਤ ਦੇ ਦਰਸ਼ਨ ਹੁੰਦੇ ਨੇ। ਮਨੁੱਖਾਂ ਦੇ ਵਿੱਚ ਜਾਣ ਨੂੰ ਸੰਗਤ ਨਹੀਂ ਕਹਿੰਦੇ ਨੇ। ਗੁਰਬਾਣੀ ਕਹਿੰਦੇ ਸਤਿਗੁਰ ਬਾਝੋਂ ਸੰਗਤ ਨਾ ਹੋਈ। ਤੇ ਸਤਿਗੁਰ ਦਾ ਸੰਗ ਕੌਣ ਕਰਦਾ ਹੈ? ਸੁਰਤ, ਮਨ, ਮਤ। ਸੋ ਸਾਨੂੰ ਸੰਗਤ ਨਾਲ ਇਹ ਗੱਲ ਸਾਂਝ ਕਰਨੀ ਪਏਗੀ, ਘੋਟ ਕੇ ਬਰੀਕੀ ਦੇ ਨਾਲ। ਸਰੀਰਕ ਸੰਗਤ ਨੂੰ ਸੰਗਤ ਨਹੀਂ ਕਹਿੰਦੇ ਹਨ। ਸੁਰਤ ਸੰਗ ਕਰਦੀ ਹੈ, ਜਿਹੜੇ ਖਿਆਲ ਲੈ ਕੇ ਉਹਨਾਂ ਨੂੰ ਆਪਣੇ ਤੇ ਅਮਲੀ ਜੀਣ ਲੱਗ ਪੈਂਦੀ ਹੈ। ਉਹ ਖਿਆਲਾਂ 'ਚੋਂ ਜੇ ਮੰਦੇ ਖਿਆਲ ਨੇ ਤਾਂ ਔਗਣੀ ਸੁਭਾਅ ਬਣੇਗਾ। ਮਾਨੋ ਮੰਦੇ ਖਿਆਲਾਂ ਦਾ ਸਾਕਤ ਦਾ ਸੰਗ ਕੀਤਾ। ਮੰਦੇ ਖਿਆਲਾਂ ਦਾ ਸੰਗ ਕਰੋ, ਬਾਸਨ ਕਾਰੋ ਪਰਸੀਏ ਤਾਂ ਕੁਛ ਲਾਗੇ ਦਾਗ, ਮੰਦੇ ਖਿਆਲ ਬਣਨਗੇ, ਭੈੜਾ ਕਰੈਕਟਰ ਬਣੇਗਾ। ਸੋ ਸੰਤ ਸ਼ਰਨ ਜੋ ਜਨ ਪਰੈ। ਜਨ ਕੌਣ ਹੈ? मन। कितना सिंपल है यार मेरे वीरों।
सिंपल है, बिल्कुल सादा है, सौखा है, कोई मुश्किल नहीं है। ਜਦੋਂ ਅਸੀਂ ਪੜਾਂਗੇ ਹਰ ਜਨ ਐਸਾ ਚਾਹੀਏ जैसा, वो हर जन कौन है? मन। यही मेरा आज कुदरती नेक्स्ट आर्टिकल है। सो संत शरण जो जन परै, सो जन उधरन हार। जो मन चंगे गुणा दी शरण लै लैंदा है। चंगे गुण दी सोर्स कौन है? सतगुर। सतगुर मतलब रब जी। संत शरण जो जन पर है, सो जन उधरन हार। ओदा अवगुणी सुभाव छुट जाता है। संत की निंदा, हुण तुहानू कुछ 4-6 संत पता होण जिहदा निंदा दुनिया भी कर रही है और जिहदे बारे लोकां नू पता भी है, तां इहनू संत की निंदा कहंदे ने, क्योंकि कुछ प्रूफ लभ गए ने। ਅਸੀਂ अपना जीवन ਉੱਚਾ ਕਰਨ ਵਾਸਤੇ ਸਿੱਖਦੇ ਪਏ ਹਾਂ। ਆਪਣੀ ਭਲੀ ਨਿਬੇੜ ਆਪ ਸਵਾਰੇ ਮੈਂ ਮਿਲਿਆ। ਸੋ ਸੰਤ ਕੀ ਨਿੰਦਾ ਦਾ ਮਤਲਬ ਕੋਈ ਮਨੁੱਖ ਜਿਹਦੇ ਬਾਰੇ ਪਤਾ ਲੱਗ ਗਿਆ ਕਿ ਉਹ ਭੈੜਾ ਵੇ, ਉਸ ਦੀ ਨਿੰਦਾ ਕਰਨਾ ਸੰਤ ਕੀ ਨਿੰਦਾ ਨਹੀਂ ਹੈ। ਅਵਗੁਣਾ ਦੇ ਸੁਭਾਅ ਵਰਸਿਸ ਚੰਗੇ ਗੁਣ। ਚੰਗੇ ਗੁਣਾਂ ਦੀ ਨਿੰਦਾ ਕਰੋ ਤਾਂ ਨਿੰਦਾ ਦਾ ਮੈਨਾ ਨਿਕਲ ਕੇ ਆਇਆ। चंगे गुणां नूं जे पिठ दिओ तां, चंगे गुणां नूं जे इग्नोर करो तां, सो निंदा दा मतलब होया चंगे गुणां वल्लों मूँह फेरना। संत की निंदा नानका बौर बौर अवतार, मनुखी तल तो थल्ले अवतरण होंदा जाएगा, करतूत पशु की वाला जीवन बनता जाएगा। सो सिमरप्रीत सिंह जी, निंदक दे अर्थ ठीक लगते ने। करन ना सुने काहू की निंदा। मैं ठीका नहीं चुक्या होया कि रोज़ रोज़ तुसी साडा एक जोक सुनिया होना, असी एक जोक भी सांझ करते हैं। जोक मतलब हासोहीणी गल। हासोहीणी गल मूर्खता वाली गल या किसी मूर्ख का एग्जाम्पल, और मूर्खों कोलों भी सीखना, हसदियाँ खेडदियाँ सीखना। एक बंदा अपने घरों निकलिया, सिमरप्रीत सिंह जी, एक बंदा अपने घरों निकलिया, केले के छिलके ते फिसल गया, गोडा टुट गया, 3 महीने प्लस्तर चढ़िया रहा। 3 महीने बाद ठीक हो गया। डॉक्टर ने कहा आस्ता आस्ता थोड़ा टुरना सीखो। आज वो पूरी तरह टुरना सीख गया, थेरेपी हो गई। आज वो अपने घरों बाहर निकलिया, 2 केले के छिलके पे हुए सी। ओए अज 2 बारी फिसलना पेगा। पहले दिन उन्होंने छिलका दिसिया नहीं सी, उन्हें तो नहीं ना सुट्टिया सी, किसी और ने सुट्टिया होना। आज 2 छिलके पे ने, किसी और ने सुट्टे ने। लोग छिलके फेंकते रहेंगे, हम फिसलते रहेंगे। मतलब साढ़े को एवं जगह भाई प्राप्त मानक दे रहा, गोबिंद मिलन की तिरवरिया ना, अवसर कीमती है, जिंदगी कीमती है, टाइम नहीं है, बड़ा मुश्किल है, ये है वो है करते हैं। तो मतलब लोगों दी खबरां बनदियां रहणगियां, असीं वो खबरां पढ़ते रहांगे, असीं उन्हां दी दंद कथा करते रहांगे। सानू यही काम लब्भा है कि असीं कंडे लभदे रहिए और कंडियां नूं बयान करते रहिए। संगत ते ना खड़ी होई। जिस बंदे दी गल तुसी टीवी अखबार तो सुन के उन्होंने भंडन लगे हो, उन्होंने तो संगत ने भी देखा होया। संगत वास्ते तो अजिहा घर बैठे टीवी तकिया सी ते आ तुसी भी इत्थे खबर सुना दी। धर्म की की गल हुई? करन ना सुने काहू की निंदा, सब ते जाने आपस को मंदा। श्रवण सोए सुन निंद विचार, सुते होया जे निंदा विच रस है। सो संत की निंदा ना करया कर। संत का मतलब लोगों ने शरीरक समझ लिया, तो लोग डरन हाय हाय संत का निंदक मां त्यारा, संत का निंदक परमेश्वर, और असी नहीं कोई गल करनी। लोग इंज करते हैं ना, क्योंकि असी शरीरक संत अर्थ कीते ने। सो
ਸਾਰੀ ਉਸ ਅਸ਼ਟਪਦੀ ਦੇ ਅਰਥ ਸਾਡੀ ਟੇਪ ਬਣੀ ਹੋਈ ਹੈ, ਜਾਂ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਾਰੇ ਪੂਰੀ ਟੇਪ ਬਣੀ ਹੋਈ ਹੈ, ਉਹ ਤੁਸੀਂ ਲੋਕੀ ਸੁਣ ਸਕਦੇ ਹੋ। ਨੈਕਸਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਜੀ ਜਗਜੀਤ ਸਿੰਘ। ਮੇਰਾ ਸਵਾਲ ਸੀਗਾ ਜੀ ਪਿਛਲੇ ਸਵਾਲ ਨਾਲ ਜਿਹੜਾ ਚੱਲ ਰਿਹਾ ਸੀ ਮਾਤਾ ਦੇ ਪੇਟ ਦੇ ਨਾਲ ਸੰਬੰਧਿਤ, ਉਹਦੇ ਨਾਲ ਕੁਝ ਸੰਬੰਧਿਤ ਸ਼ਬਦ ਨੇ ਜੀ, ਉਹ ਵੀਰ ਜੀ ਤੋਂ ਪੁੱਛਣੇ ਸੀ ਕਿ ਉਹਨਾਂ ਦਾ ਕੀ ਅਰਥ ਬਣਦਾ ਜੀ। ਰੇ ਨਰ ਗਰਭ ਕੁੰਡਲ ਜਬ ਆਸਤ ਉਰਦ ਧਿਆਨ ਲਿਵ ਲਾਗਾ, ਕਿ ਜਦੋਂ ਮਨੁੱਖ ਮਾਂ ਦੇ ਪੇਟ ਦੇ ਗਰਭ ਵਿੱਚ ਆਉਂਦਾ, ਇਹਦੇ ਇੱਦਾਂ ਅਰਥ ਲਿਖੇ ਹੋਏ ਨੇ। ਫਿਰ ਅਗਲਾ ਸ਼ਬਦ ਹੈ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ, ਫਿਰ ਮਾਤ ਗਰਭ ਮੈਂ ਆਪਰਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੀ। ਫਿਰ ਅੱਗੇ ਆਉਂਦਾ ਇੱਕ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਇਹ ਸਾਰੇ ਇਕੱਠੇ ਜੇ ਸੰਬੰਧਿਤ ਸ਼ਬਦ ਨੇ। ਇਹਨਾਂ ਦੇ ਵਿੱਚ ਜਿਹੜੀ ਗੱਲ ਆਉਂਦੀ ਹੈ ਜੈਸੀ ਅਗਨ ਉਧਰ ਮੈਂ, ਉਹਦੇ ਵਿੱਚ ਆਉਂਦਾ ਲਿਵ ਛੁਟਕੀ ਲੱਗੀ ਤ੍ਰਿਸ਼ਨਾ। ਇਹ ਸਾਰਿਆਂ ਦੇ ਸ਼ਬਦਾਂ ਦੇ ਵਿੱਚ ਕਿਹੜੀ ਗੱਲ ਹੋ ਰਹੀ ਹੈ, ਕਿੱਦਾਂ ਹੋ ਰਹੀ ਹੈ, ਇਹ ਮੇਰਾ ਪ੍ਰਸ਼ਨ ਸੀਗਾ। ਸੋ ਵੀਰ ਜੀ ਕਿਰਪਾ ਕਰਨ ਕਿ ਇਹਦੇ ਬਾਰੇ ਪੂਰਾ ਡਿਟੇਲ 'ਚ ਸਾਨੂੰ ਸਮਝਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जगजीत सिंह जी का बड़ा अच्छा क्वेश्चन है। रे नर गर्भ कुंडल, आगे पंक्ति की है वीर जी, दसोगे पूरी ना? हाँ जी। सो गर्भ कुंडल की होंदा है, जदों असी माया नाम है गर्भ जोन का करांगे ना, मंदे ख्यालों का भी एक गर्भ होंदा है, वो मत होंदी है। जै कुलपूत ना ज्ञान विचारी विधवा कस ना पई मैं तारी, ए किसी एक बंदे की माँ बारे गल नहीं चल रही है, कुमत बारे चल रही है। जननी जानत सुत बड़ा होता है, इतना कि न जाना कि छिन छिन औद कटता है। ये एक माँ अपने पुत्र नूं वड्डा करती है, और वो वड्डा हुंदा ते बर्थडे मनाती रहती है, वो बारे नहीं है। जननी जानत सुत बड़ा होता है, मेरी मत समझदी है कि मेरा मन रूपी भैड़े ख्यालों वाला पुत्र वड्डा हो रहा, मैं कामयाब हो रहा। तुसी लोगों कोलों क्वेश्चन सुनिया है, वो वीर जी जिहड़े लोग शराबां पींदे ने, धोखे करते हैं, वो बड़े वधदे फुलदे ने, ओदी मत सोच रही है जननी जानत सुत बड़ा होता है। उस विच कहते ने देखत ही जमराव हसत है, सामने श्री राम नामा उचरना, आगे जमदल बिखम करना। जम जम देख के हस रहा है कि ए आत्मक मौत मरेगा, ए पल पल थां थां ते विकेगा, दीन गवाएगा। इस तरह असी गर्भ कुंडल दे उर्द उर्द तप करता, उर्द दे मैंने असी समझते हैं जदों पुट्ठा सोचता है, इस तरीके दे नाल असी करांगे। ठीक है। जदों शरीरक अर्थ आनगे तो असी उहदे शरीरक अर्थ ही करांगे। जैसे माता के उदर में प्रतिपाल करिए, पर उहदे कॉन्टैक्स्ट कुछ होर है। कॉन्टैक्स्ट है माँ दे पेट विच जिहड़ी अगन है ना, वो तैनूं पकाण वास्ते है। फिर सोच लो, जैसी अगन उधर में। हुण सारे प्रचारकां ने ए बाहर दी जिहड़ी माया है इनू निंदिया ना, निंदिया कि नहीं निंदिया? ए माया है, सब छोड़ दो, स्त्री माया है, पैसा माया है, जायदाद माया है, सब माया है, छोड़ दो छोड़ दो, छोड़ के जंगल में चले जाओ। यही कीते ना अर्थ। तो मैच बैठिया माँ दी उधर दी तां गल कीती है कि उत्थे तेरी पूरे ढंग दे नाल नियम की गल की है। जदों आएगा ना ऊड़ा ऊड़ आवे सैको सा तिस पाछे बचे रे छरिया, तिन कमड़ खिलावे कमड़ चुगावे, मन में सिमरन करिया। उत्थे कुदरत दे नियम की गल की जा रही है। कुदरत दे नियम विच वो बच्चे पलदे ने। इंज जदों दे शरीरक अर्थ होए तां ये वीर जी ने प्रिंसीपल स्वरूप सिंह जी ने बहुत कीमती गल कीती कि दुनिया दे वड्डे वड्डे डॉक्टर अज तक ये कहते ने, जे बच्चा पैदा होने वेले सिर थल्ले और पैर उपर ना हो ना, पुट्ठी जिन्हों उर्द पुट्ठा कहा जा रहा, पुट्ठा लटकिया है, तो वह नॉर्मल डिलीवरी नहीं है। डॉक्टर को पेन इन द नैक हो जाती है कि बच्चा डिंगा टेढ़ा हो गया, आडा हो गया। ये मैडिकल टर्म्स ही जानते होंगे, वो मैडिकल टर्म्स ही जानते होंगे। मैं सिविल इंजीनियर हाँ, सिर्फ मनु इन्ना ही पता है कि जे 9 महीने डिलीवरी ना होए तो एबनॉर्मल डिलीवरी हो जाती है। काउंट करते हैं डॉक्टर कि कुछ गड़बड़ हो सकती है, बच्चे की जान को खतरा है, माँ को खतरा है। इस तो इलावा जो पुट्ठा नहीं है तो कुदरत के नियम वो ठीक नहीं है।
ਇੱਕ ਮੈਨੂੰ ਪਤਾ ਲੱਗਾ ਕਿ ਬੱਚੇ ਵਾਸਤੇ ਉੱਥੇ ਅੰਦਰ ਪੁੱਠਾ ਸਿੱਧਾ ਕੁਝ ਨਹੀਂ ਹੁੰਦਾ। ਬੱਚਾ ਤੇ ਮਾਂ ਦੇ ਪੇਟ ਦੇ ਅੰਦਰ ਇੱਕ ਸਮੁੰਦਰ ਵਾਂਗੂ ਹੁੰਦਾ, ਤਾਰੀਆਂ ਲਾ ਰਿਹਾ ਹੁੰਦਾ। ਇਹ ਗੱਲ ਵੱਖਰੀ ਹੈ ਕਿ ਪੈਦਾ ਹੋਣ ਵੇਲੇ ਜਦੋਂ ਉਹਨਾਂ ਨੇ ਮਾਂ ਦੇ ਜੋਨੀ ਚੋਂ ਬਾਹਰ ਆਉਣਾ ਹੈ ਤਾਂ ਉਹਦਾ ਸਿਰ ਥੱਲੇ ਹੀ ਹੋਣਾ ਚਾਹੀਦਾ ਹੈ। ਲੇਕਿਨ ਜਿਹੜੇ ਬੱਚੇ ਇੰਝ ਹੁੰਦੇ ਨੇ ਉਹਨਾਂ ਦਾ ਮਾਂ ਦਾ ਆਪਰੇਸ਼ਨ ਕਰਨਾ ਪੈਂਦਾ, ਉਹ ਜ਼ਿਆਦਾ ਮੁਸ਼ਕਿਲ ਡਿਲੀਵਰੀ ਹੋ ਜਾਂਦੀ ਹੈ। ਇਹਦਾ ਮਤਲਬ ਉੱਥੇ ਕੁਦਰਤ ਦਾ ਨਿਯਮ ਕੰਮ ਕਰਦਾ ਹੈ। ਮਾਂ ਦੇ ਪੇਟ ਦੇ ਅੰਦਰ ਪਾਣੀ ਹੈ, ਕੁਦਰਤ ਦਾ ਨਿਯਮ ਹੈ। ਮਾਂ ਦੇ ਪੇਟ ਦੇ ਅੰਦਰ ਲਵਣ ਹੈ, ਲਵਣ ਪਾਣੀ, ਸਮੁੰਦਰ ਖਾਰਾ, ਸਮੁੰਦਰ ਦੇ ਨਿਮਕ ਹੁੰਦਾ ਹੈ। ਨਿਮਕ ਮੈਂ ਪੁੱਛਿਆ, ਪਤਾ ਕੀਤਾ ਸਾਇੰਸਦਾਨਾਂ ਕੋਲੋਂ ਕਿ ਸਮੁੰਦਰ ਖਾਰਾ ਕਿਉਂ ਹੁੰਦਾ। ਉਹ ਕਹਿੰਦੇ ਸਮੁੰਦਰ ਦਾ ਜਿਹੜਾ ਨਿਮਕ ਹੈ ਨਾ, ਉਹ ਟੈਂਪਰੇਚਰ ਮੇਨਟੇਨ ਰੱਖਦਾ ਹੈ। ਕਾਇਨਾਤ ਦਾ, ਸਾਰੀ ਸ੍ਰਿਸ਼ਟੀ ਦਾ ਟੈਂਪਰੇਚਰ ਮੇਨਟੇਨ ਰੱਖਦਾ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਜ਼ਿੰਦਗੀ ਦੇ ਅੰਦਰ ਤੂੰ ਜਦੋਂ ਸਰੀਰਕ ਤੌਰ 'ਤੇ ਪੈਦਾ ਹੁੰਦਾ ਹੈ ਤਾਂ ਮਾਂ ਦੇ ਅੰਦਰ ਜਿਹੜਾ ਉਦਰ ਹੈ, ਉੱਥੇ ਜਿਹੜਾ ਸੇਕ ਹੈ ਨਾ, ਉਹ ਤੈਨੂੰ ਪਕਾਉਣ ਵਾਸਤੇ ਹੈ। ਤੈਸੀ ਬਾਹਰ ਮਾਇਆ, ਇਹਦਾ ਮਤਲਬ ਬਾਹਰ ਵਾਲੀ ਮਾਇਆ ਜਿਹਨੂੰ ਤੂੰ ਮਾਇਆ ਕਹਿ ਰਿਹਾ, ਤੈਨੂੰ ਪਕਾਉਣ ਵਾਸਤੇ ਹੈ ਕਿ ਤੂੰ ਪਰਾਈ ਇਸਤਰੀ ਵੇਖ ਸਕੇ ਔਰ ਵੇਖ ਪਰਾਈਆਂ ਮਾਵਾਂ ਧੀਆਂ ਭੈਣਾਂ ਜਾਣ ਸਕੇ। ਤੈਨੂੰ ਇਹ ਸਿਖਾਇਆ ਹੈ, इंज तू पकना है। पर बेटी को बेटी जाना है, पर स्त्री को मात बखाना है। वेखना है, वेख के ये भी संसार तुम देख दे हर का रूप है, ये पकाण वास्ते है। सोना पैसा पिया पिया तो पिया, मैं काम करदा, मैं रिश्वत नहीं लैनी तो नहीं लैनी। गल तो उन्हां चीज़ां विच नहीं है, पैसे विच नहीं है, सोने विच नहीं है। सोना एक मैटल है। पता नहीं कदों इंसान ਪਹਾੜੀਆਂ ਪੁੱਟਦਾ ਰਹਿੰਦਾ ਸੀ ਤੇ ਪੱਥਰ ਨਿਕਲਦੇ ਰਹਿੰਦੇ ਸਨ। ਪਤਾ ਨਹੀਂ ਕਦੋਂ ਉਹਨੇ ਈਜਾਦ ਕਰ ਲਿਆ ਕਿ ਇਹ ਵਾਲੇ ਮੈਟਲਸ ਜਾਂ ਓਰਸ ਨੂੰ ਇਕੱਠਿਆਂ ਕਰ ਲਵਾਂਗੇ ਤਾਂ ਇੱਕ ਪੀਲਾ ਜਿਹਾ ਪੱਥਰ ਬਣੇਗਾ, ਉਹਦਾ ਨਾਂ ਅਸੀਂ ਸੋਨਾ ਰੱਖ ਲਵਾਂਗੇ। ਰੱਬ ਜੀ ਨੇ ਸੋਨਾ ਨਹੀਂ ਬਣਾਇਆ ਹੈ, ਪਰ ਕਿਉਂਕਿ ਉਹ ਅਰਥ ਹਮੇਸ਼ਾ ਪੁੱਠੇ ਕੀਤੇ ਗਏ ਨੇ। ਮਾਇਆ ਮਾਇਆ ਮਾਇਆ। ਰੱਬ ਜੀ ਨੇ ਮਨੁੱਖ ਨੂੰ ਭਟਕਾਉਣ ਵਾਸਤੇ ਮਾਇਆ ਬਣਾਈ ਹੈ। ਵਾਹ ਜੀ ਵਾਹ, ਇਹ ਕਿਹੜੇ ਅਰਥ ਕਰ ਦਿੱਤੇ, ਆਪਣਾ ਪੱਲਾ ਛੁਡਾ ਲਿਆ। ਇਹ ਬਾਹਰ ਜੋ ਕੁਝ ਦਿਖ ਰਿਹਾ ਹੈ, ਇਹ ਕੁਦਰਤ ਦੇ ਨਿਯਮ ਵਿੱਚ ਹੈ। ਇਹ ਜਗ ਸੱਚੇ ਕੀ ਹੈ ਕੋਠੜੀ। ਦੂਜੇ ਪਾਸੇ ਇਹ ਕੁਦਰਤ ਦੇ ਨਿਯਮ ਵਿੱਚ ਜੋ ਸਭ ਕੁਝ ਵਾਪਰ ਰਿਹਾ ਹੈ, ਇਹਦੀ ਨਿੰਦਾ ਨਹੀਂ ਕਰਨੀ ਚਾਹੀਦੀ। ਪਰ ਅਰਥ ਕੀ ਕੀਤੇ ਜਾਂਦੇ ਨੇ? ਜਗ ਰਚਨਾ ਇਹ ਝੂਠ ਹੈ, ਇਹ ਸਾਰੀ ਜਗ ਰਚਨਾ ਝੂਠ ਹੈ। ਨਿੰਦੋ ਨਹੀਂ ਕਾਉ ਬਾਤੇ ਖਸਮ ਕਾ ਕੀ ਹੈ, ਕੁਦਰਤ ਦੀ ਬਣਾਈ ਹੋਈ ਰਚਨਾ ਹੈ। ਫਿਰ ਅਸੀਂ ਸਮਝਿਆ, ਜਦੋਂ ਮੈਲੇ 9ਵੇਂ ਦੇ 57 ਸ਼ਲੋਕਾਂ ਨੂੰ ਅਸੀਂ 15 ਦਿਨਾਂ ਵਿੱਚ ਡਿਟੇਲ ਵਿੱਚ ਸਮਝਿਆ ਤਾਂ ਪਤਾ ਲੱਗਾ ਮਨ ਨੇ ਆਪਣੀ ਇੱਕ ਰਚਨਾ ਰਚੀ ਹੋਈ ਹੈ। ਮਨ ਦੇ ਜਮਾ ਵਾਲੇ ਖਿਆਲਾਂ ਵਾਲੀ, ਮਨ ਕੀ ਮਤ ਵਾਲੀ, ਉਸ ਰਚਨਾ ਨੂੰ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ। ਸੋ ਵੀਰ ਜੀ, ਤੁਸੀਂ ਬੜੇ ਸਾਰੇ ਕੋਟ ਕਰ ਦਿੱਤੇ ਨੇ ਪੰਕਤੀਆਂ। ਸੋ ਗਰਭ, ਕੁੰਡਲ, ਮਤ, ਮਾਤ ਆਤਮਕ ਕਰਾਂਗੇ। ਜਿੱਥੇ ਬਾਹਰਲੀ ਅਗਨੀ ਦੇ ਨਾਲ ਕੰਪੈਰੀਜ਼ਨ ਕਰਨ ਵੇਲੇ ਮਾਤਾ ਦੇ ਉਦਰ ਦੇ ਪੋਜ਼ਿਟਿਵ ਟੈਂਪਰੇਚਰ ਦੀ ਗੱਲ ਕੀਤੀ ਹੈ, ਉੱਥੇ ਸਰੀਰਕ ਪੋਜ਼ਿਟਿਵ ਵੀ ਟੈਂਪਰੇਚਰ ਦੀ ਗੱਲ ਕਰਾਂਗੇ। ਪਰ ਉਹਦੇ 'ਚੋਂ ਆਤਮਕ ਅਰਥ ਮੇਰੇ ਲੱਭਣ ਵਾਸਤੇ ਆਏਗਾ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖਿਲ ਰਚਾਇਆ। ਇਹ ਵਾਲੀ ਸਾਰੀ ਨਿਯਮਾਵਲੀ ਨੂੰ ਸਿੱਖਾਂਗੇ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਵੀਰ ਜੀ ਨੇ ਗੱਲ ਕੀਤੀ ਸੀਗੀ ਕਿ ਗੁਰਬਾਣੀ ਦੇ ਵਿੱਚ ਜਦੋਂ ਵੀ ਦੇਹ ਦੀ ਗੱਲ ਆਈ ਹੈ ਤਾਂ ਉੱਥੇ ਸਾਡੇ ਮਨ ਦਾ ਜ਼ਿਕਰ ਹੁੰਦਾ ਹੈ। ਤਾਂ ਇੱਥੇ ਮੈਂ 2 ਸ਼ਬਦ ਰੱਖਣ ਲੱਗਿਆ। ਦੋਵਾਂ ਦੇ ਵਿੱਚ ਪਹਿਲੇ ਸ਼ਬਦ ਦੇ ਵਿੱਚ ਇਕੱਲੀ ਦੇਹ ਦੀ ਗੱਲ ਕੀਤੀ ਹੈ ਅਤੇ ਦੂਜਾ ਸ਼ਬਦ ਹੈ ਮਾਝ ਕੀ ਵਾਰ ਸ਼ਲੋਕ ਮਹੱਲਾ ਪਹਿਲਾ ਦਾ, ਉੱਥੇ ਇਕੱਲੇ ਇਕੱਲੇ ਅੰਗ ਦੀ ਗੱਲ ਕੀਤੀ ਹੈ। ਪਹਿਲਾ ਸ਼ਬਦ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਕਿ ਇੱਥੇ ਕਿਹੜੀ ਦੇਹ ਦੀ ਗੱਲ ਹੋਈ ਹੈ? ਦੂਜਾ ਸ਼ਬਦ ਜੋ ਮਾਝ ਕੀ ਵਾਰ ਸ਼ਲੋਕ ਮਹੱਲਾ ਪਹਿਲਾ ਦਾ, ਉੱਥੇ ਹੈ ਜਿਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜੇਵਾ ਬੋਲੇ ਕੰਨੀ ਸੁਰਤ ਸਮਾਏ, ਪੈਰੀਂ ਚੱਲੈ ਹੱਥੀ ਕਰਨਾ ਦਿੱਤਾ ਪਹਿਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਾ ਭੱਜੈ ਤਾਂ ਠੀਕਰ ਹੋਵੈ, ਘਾੜਤ ਘੜੀ ਨਾ ਜਾਏ, ਨਾਨਕ ਗੁਰ ਬਿਨ ਨਾਹੇ ਪਤ ਪਤ ਬਿਨ ਪਾਰ ਨਾ ਪਾਏ। ਵੀਰ ਜੀ ਨੂੰ ਸਵਾਲ ਆ, ਇਹਨਾਂ ਦੋਹਾਂ ਸ਼ਬਦਾਂ ਦੇ ਵਿੱਚ ਦੇਹ ਦੀ ਅਤੇ ਇਹਨਾਂ ਅੰਗਾਂ ਦੀ ਡੈਫੀਨੇਸ਼ਨ ਕਰਕੇ ਦੱਸੋ ਕਿ ਮਨ ਦੇ ਤਾਲ 'ਤੇ ਇਹਨਾਂ ਨੂੰ ਕਿਵੇਂ ਸਮਝ ਸਕਦੇ ਹਾਂ। ਤੋ ਧੰਨਵਾਦ ਜੀ।
ਮੇਰਾ ਨਾਮ ਗੁਰਪ੍ਰੀਤ ਸਿੰਘ। ਅਸੀਂ ਨਾ ਸਮਝਦੇ ਹਾਂ ਕਿ ਇਹ ਗੁਰਸਾਗਰ ਹੈ। ਗੁਰੂ ਗ੍ਰੰਥ ਸਾਹਿਬ ਜੀ ਗੁਰਸਾਗਰ ਰਤਨੀ ਭਰਪੂਰ ਹੈ, ਬੇਅੰਤ ਤਥਾ ਹੈ। ਮੈਂ ਨਾ ਅੱਜ ਤੁਹਾਡੇ ਨਾਲ ਨਾ ਇੱਕ ਐਂਗਲ ਤੋਂ ਸਾਂਝ ਕੀਤੀ ਹੈ। ਤੁਸੀਂ ਜੇ ਇਸ ਤਰ੍ਹਾਂ ਪੰਕਤੀਆਂ ਲਿਆਉਂਦੇ ਰਹੋਗੇ ਨਾ ਤਾਂ 1430 ਦਿਨ ਤੋਂ ਜ਼ਿਆਦਾ ਹੀ ਲੱਗਣਗੇ, ਕਿਉਂਕਿ ਅਸੀਂ ਇੱਕ ਨੁਕਤਾ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਮਨ ਉੱਤੇ ਕਿਵੇਂ ਟਿਕਾਣਾ ਹੈ, ਕੌਨਟੈਕਸਟ ਦੇਖਣਾ ਹੈ, ਰੈਫਰੈਂਸ ਟੂ ਕੌਨਟੈਕਸਟ। ਇਸ ਤੋਂ ਤੁਹਾਨੂੰ ਬਹੁਤ ਪੰਕਤੀਆਂ ਮਿਲਣਗੀਆਂ, ਤੁਸੀਂ ਆਪਣੀ ਮਿਹਨਤ ਕਰਨੀ ਹੈ। ਫਰਜ਼ ਕਰੋ ਪਹਿਲਿਆਂ ਦੇ ਨਾਲ ਮੈਂ ਸਾਂਝ ਕਰ ਲਈ, ਹੁਣ ਇਹਦੇ ਮੈਂ ਅਰਥ ਕਰ ਲਾਂਗਾ ਤੁਹਾਨੂੰ। ਹੋਰ ਕੰਪਿਊਟਰ ਵੀ ਹੈ, ਫਟਾਫਟ ਪੰਕਤੀਆਂ ਵੀ ਨਿਕਲਦੀਆਂ ਜਾਂਦੀਆਂ, ਅੱਖਰ ਪਾਓ ਤੇ ਬੜੀਆਂ ਸਾਰੀਆਂ ਪੰਕਤੀਆਂ ਵੀ ਆ ਜਾਂਦੀਆਂ। ਅਸੀਂ ਇਸ ਤਰ੍ਹਾਂ ਨਹੀਂ ਕਰ ਰਹੇ ਹਾਂ। ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਹਾਊ ਟੂ ਸ਼ਾਰਪਨ ਯੂਅਰ ਬੁੱਧੀ। ਆਪਣੀ ਬੁੱਧੀ ਨੂੰ ਸ਼ਾਰਪ ਅਸੀਂ ਕਿਵੇਂ ਕਰਨਾ, ਤੀਖਣ ਕਿਵੇਂ ਕਰਨਾ, ਸਤਿਗੁਰ ਦੀ ਮੱਤ ਨੂੰ ਖੋਜਣ ਵਾਸਤੇ, ਇਆਣੇ ਤੋਂ ਸਿਆਣਾ ਕਿਵੇਂ ਬਣਨਾ। ਸੋ ਜਿਹੜਾ ਹੈ ਪਹਿਲਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ। ਇਹ ਦੇਹੀ ਦਾ ਮਤਲਬ ਹੈ ਸਰੀਰ ਨਹੀਂ ਹੈ, ਦੇਹੀ ਮਨ ਦੀ ਦੇਹੀ। ਮਨ ਨੂੰ ਰੋਗ ਲੱਗਦਾ ਹੈ ਤਾਂ ਮਨ ਪਹਿਲਾਂ ਅੰਦਰੋਂ ਗੁੱਸਾ ਕਰਦਾ ਹੈ, ਮਨ ਪਹਿਲਾਂ ਗਾਲਾਂ ਇਕੱਠੀਆਂ ਕਰਦਾ ਹੈ, ਫਿਰ ਇਸ ਦੇਹ ਦੀ ਜ਼ਬਾਨ ਤੋਂ ਬਾਹਰ ਕੱਢਦਾ ਹੈ। ਮਨ ਨੂੰ ਪਹਿਲਾਂ ਰੋਗ ਲੱਗਿਆ ਤਾਂ ਗੁੱਸਾ ਕਈ ਦਿਨਾਂ ਦਾ ਇਕੱਠਾ ਕੀਤਾ ਹੋਇਆ, ਸੁਣੋ ਇੰਗਲਿਸ਼ ਵਿੱਚ ਕਹਿੰਦੇ ਨੇ ਪੈਂਟ ਅਪ ਫਾਈਲਸ। ਫਾਈਲਾਂ ਇਕੱਠੇ ਕਰਦੇ ਰਹਿਣਾ ਕਿਸੇ ਬੰਦੇ ਬਾਰੇ, ਪ੍ਰੂਫ ਇਕੱਠੇ ਕਰਦੇ ਰਹਿਣਾ, ਫਿਰ ਬਾਅਦ ਵਿੱਚ ਕਿਸੇ ਵੇਲੇ ਇੱਕਦਮ ਗੁੱਸੇ ਦੇ ਨਾਲ ਉਲਟੀ ਕਰ ਦੇਣੀ ਸਾਰੀ। ਦੇਹੀ ਰੋਗ ਨਾ ਲੱਗੀ, ਪੱਲਾ ਸਭ ਕੁਝ ਪਾਏ। ਓਏ ਮੇਰੇ ਮਨ, ਤੈਨੂੰ ਰੋਗ ਨਹੀਂ ਲੱਗੇਗਾ। ਜੇ ਤੈਨੂੰ ਰੋਗ ਨਾ ਲੱਗਿਆ, ਜੇ ਮੈਨੂੰ ਮਨ ਨੂੰ ਰੋਗ ਲੱਗ ਗਿਆ ਨਾ, ਤਾਂ ਫਿਰ ਮੇਰਾ ਬਲੱਡ ਪ੍ਰੈਸ਼ਰ ਹਾਈ ਹੋਏਗਾ। ਮਨ ਨੂੰ ਰੋਗ ਲੱਗ ਗਿਆ ਤਾਂ ਮੈਂ ਤਨ ਕਰਕੇ ਮੇਰੀ ਨਸ ਇੱਥੋਂ ਫੱਟੇਗੀ। ਮਨ ਨੂੰ ਰੋਗ ਲੱਗ ਗਿਆ ਤਾਂ ਫਿਰ ਮੈਂ ਕ੍ਰੋਧਿਤ ਹੋਵਾਂਗਾ, ਗੁੱਸਾ ਖੰਡਾਉਂਦਾ ਰਹਾਂਗਾ, ਤਾਂ ਮੇਰਾ ਹਾਰਟ ਅਟੈਕ ਹੋਏਗਾ। ਸੋ ਵੀਰ ਜੀ ਆਪਣੇ ਤੇ ਟਿਕਾਣਾ। ਜਗਜੀਤ ਸਿੰਘ ਜੀ, ਗੁਰਪ੍ਰੀਤ ਸਿੰਘ ਜੀ, ਥੈਂਕ ਯੂ। ਨੈਕਸਟ, ਜੀਓ ਪਾਏ ਤਨ ਸਾਜਿਆ। ਤੁਸੀਂ ਇਹਦੇ ਅਰਥ ਉਹੀਓ ਕਰਕੇ ਚੱਲੋ ਜੋ ਤੁਹਾਨੂੰ ਕਾਲਜ ਪੜ੍ਹਾਏ ਜਾਂਦੇ ਨੇ। ਅਸੀਂ ਇਹ ਜੀਓ ਪਾਏ ਤਨ ਸਾਜਿਆ ਦੇ ਅਰਥ ਆਪਣੇ ਹਿਸਾਬ ਨਾਲ ਸਮਝਣ ਦਾ ਯਤਨ ਕਰਾਂਗੇ ਕਿ ਮੇਰੇ ਮਨ ਨੇ ਆਪਣੀ ਇੱਕ ਨਵੀਂ ਰਚਨਾ ਰਚੀ ਹੈ। ਅਸੀਂ ਉਸ ਪੱਖੋਂ ਅਸੀਂ ਇਸ ਨੂੰ ਖੋਜਾਂਗੇ। ਮੈਂ ਹੁਣ ਇਹਨੂੰ ਖੋਜਿਆ ਨਹੀਂ ਹੈ। ਜੀਓ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਮਨ ਨੇ ਆਪਣਾ ਇੱਕ ਰਚਨਾ ਰਚੀ ਹੈ ਅਤੇ ਆ ਅੱਖੀਂ ਦੇਖੈ, ਜਦੋਂ ਅੱਖੀ ਦੇਖੈ ਜੇਵਾ ਬੋਲੇ ਕੰਨੀ ਸੁਰਤ ਸਮਾਏ, ਪੈਰੀ ਚੱਲੈ ਹੱਥੀਂ ਕਰਨਾ ਦਿੱਤਾ, ਪੈਣ ਨੇ ਖਾਏ, ਜਿਨ ਰਚ ਰਚਿਆ ਤਿਸੇ ਨ ਜਾਣੈ। ਸਤਿਗੁਰ ਦੀ ਮੱਤ ਦੇ ਨਾਲ ਜਿਹੜਾ ਰਚਨਾ ਰਚਨੀ ਸੀ, ਆਪਣੀ ਨਵੀਂ ਕਾੜਤ ਕੱਢਣੀ ਸੀ, ਅੰਧਾ ਅੱਧ ਕਮਾਏ। ਕੌਣ ਹੈ ਅੰਧਾ? ਮਨ। ਤਾਂ ਕੌਨਟੈਕਸਟ ਨੂੰ ਇਕੱਠਾ ਕਰਨਾ ਪਏਗਾ, ਮਿਹਨਤ ਕਰਨੀ ਪਏਗੀ ਕਿ ਮੈਂ ਇਸ ਪੰਕਤੀ ਨੂੰ ਇੱਕ ਯੂਨੀਕ ਕੌਨਟੈਕਸਟ ਵਿੱਚ ਕਿਵੇਂ ਸੰਗਤਾਂ ਸਾਹਮਣੇ ਸਾਂਝ ਕਰ ਸਕਾਂ, ਤਾਂ ਕਿ ਮੇਰੇ ਜੀਵਨ ਦੇ ਬਾਰੇ ਅੱਜ ਦੇ ਸਬਜੈਕਟ ਦੇ ਅੰਦਰ ਕੌਨਟੈਕਸਟ ਨਿਕਲ ਕੇ ਆ ਸਕੇ। ਜਿਵੇਂ ਮੈਂ ਫਰਜ਼ ਕਰੋ ਅੱਜ ਦੀ ਸੰਗਤ ਦੇ ਵਿਚਕਾਰ ਬੈਠ ਕੇ ਮੈਨੂੰ ਅਰਥ ਕਰਨੇ ਪੈਣ ਕੀਤਾ ਲੋੜੀਏ ਕੰਮ, ਤਾਂ ਅਸੀਂ ਉੱਤੋਂ ਲੈ ਕੇ ਥੱਲੇ ਤੱਕ ਇੱਕ ਮੀਨਿੰਗ ਸਮਝਿਆ ਨਾ ਕਿ ਅੱਜ ਦੇ ਸ਼ਬਦ ਵਿੱਚ ਆਇਆ, ਮੇਰਾ ਭੈ ਕੱਟਿਆ ਗਿਆ। ਭੈ ਹੀ ਕੰਮ ਹੈ, ਭੈ ਹੀ ਕਾਰਜ ਹੈ ਨਾ। ਅਤੇ ਜਨਮ ਮਰਨ ਦਾ ਡਰ ਲੱਗਾ ਰਹਿੰਦਾ ਹੈ, ਮਾਨੋ ਅਵਗੁਣਾ ਵਾਲਾ ਜੀਵਨ ਜੀ ਰਹੇ ਹਾਂ। ਤਾਂ ਹੀ ਸਰੀਰਕ ਮਰਨ ਤੋਂ ਵੀ ਡਰ ਲੱਗਦਾ ਔਰ ਜਨਮ ਮਰਨ ਆਤਮਕ ਹੁੰਦਾ ਰਹਿੰਦਾ ਹੈ। ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਹੈ। ਅਤੇ ਅਸੀਂ ਉਹਦੇ 'ਚੋਂ ਹੀ ਸਮਝਾਂਗੇ ਜਦੋਂ ਅਸੀਂ ਡਰ ਸੈਮੀਨਾਰ ਕੀਤਾ ਸੀ, ਡਰ ਡਰ ਮਰਤੇ ਜਬ ਜਾਨੀਏ ਦੂਰ। ਜਦੋਂ ਰੱਬ ਨੂੰ ਦੂਰ ਸਮਝਿਆ, ਫਿਰ ਸੋਚ ਲਓ, ਡਰ ਡਰ ਮਰਤੇ ਜਬ ਜਾਨੀਏ ਦੂਰ। ਡਰ ਚੁੱਕਾ, ਡਰ ਗਿਆ, ਦੇਖਿਆ ਭਰਪੂਰ। ਜਦੋਂ ਮੈਂ ਰੱਬ ਨੂੰ ਨੇੜੇ ਸਮਝਿਆ, ਉੱਥੇ ਕੀ ਕਹਿੰਦੇ ਨੇ? ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀ ਹੈ। ਜੋ ਰੱਬ ਦਿਸਦਾ ਨਹੀਂ ਸੀ ਉਹ ਦਿਖਾ ਦਿੱਤਾ। ਠੀਕ ਹੈ ਨਾ।
ਵੀਰ ਜੀ, ਜਦੋਂ ਅਸੀਂ ਕਿਸੇ ਨੁਕਤੇ ਦੀ ਗੱਲ ਕਰਦੇ ਹਾਂ ਨਾ, ਤਾਂ ਉਸ ਨੁਕਤੇ ਦਾ ਮਤਲਬ ਇਹ ਹੁੰਦਾ ਹੈ ਤੁਸੀਂ ਇਸ ਪੱਖੋਂ ਵਿਚਾਰ ਕੇ ਵੇਖੋ। ਮੇਰੇ ਮਾਨਯੋਗ ਵੀਰ ਗਿਆਨੀ ਗੁਰਬਚਨ ਸਿੰਘ ਜੀ ਨੇ ਕੁਝ ਸੱਜਣਾ ਦੇ ਨਾਂ ਲਏ ਸਨ। ਟੀਕਾ ਫਰੀਦਕੋਟ ਜੀ ਦਾ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ, ਡਾਕਟਰ ਭਾਈ ਵੀਰ ਸਿੰਘ ਜੀ ਦਾ, ਔਰ ਮਨਮੋਹਨ ਸਿੰਘ ਜੀ, ਡਾਕਟਰ ਗੋਪਾਲ ਸਿੰਘ ਜੀ। ਇਸ ਤਰ੍ਹਾਂ ਕਈ ਟੀਕੇ ਤੁਸੀਂ ਸਾਰੇ ਵੀ ਪੜ੍ਹਦੇ ਹੋ, ਅਸੀਂ ਵੀ ਪੜ੍ਹਦੇ ਹਾਂ। ਲੇਕਿਨ ਕਈ ਲੋਕੀ ਇਹ ਸਮਝਦੇ ਨੇ ਕਿ ਅਸੀਂ ਉਹਦੇ ਅਰਥ ਬਦਲ ਰਹੇ ਹਾਂ। ਅਸੀਂ ਅਰਥ ਨਹੀਂ ਬਦਲ ਰਹੇ ਹਾਂ। ਅਸੀਂ ਕਹਿ ਰਹੇ ਹਾਂ ਇਹਨਾਂ ਦੇ ਇਹਨਾਂ ਅਨੁਸਾਰ ਸੋਚਦੇ ਹੋ, ਪੜ੍ਹਦੇ ਹੋ, ਲਿਖੇ ਨੇ। ਅਸੀਂ ਨਹੀਂ ਕਹਿ ਰਹੇ ਕੋਈ ਗਲਤ ਹੈ, ਪਰ ਇਸ ਪੱਖੋਂ ਇੰਝ ਵਿਚਾਰ ਕੇ ਦੇਖੋ ਤਾਂ ਬਿਲਕੁਲ ਆਪਣੇ ਤੇ ਆਤਮਕ ਢੁਕਦੇ ਨੇ, ਔਰ ਆਤਮਕ ਉਡਾਰੀ ਉੱਚੀ ਹੋ ਸਕਦੀ ਹੈ, ਜੀਵਨ ਦਾ ਆਚਰਣ ਦਾ ਮਿਆਰ ਉੱਚਾ ਹੋ ਸਕਦਾ ਹੈ। ਤਾਂ ਇਸ ਪੱਖੋਂ ਹੀ ਸੋਚਿਆ ਜਾ ਸਕਦਾ ਹੈ। ਇਹ ਗਲਤ ਨਹੀਂ ਨੇ, ਬਿਲਕੁਲ ਇੰਟੈਂਸ਼ਨ ਨਹੀਂ ਹੈ ਕਿ ਉਹਨਾਂ ਨੂੰ ਗਲਤ ਪ੍ਰੂਵ ਕਰਕੇ ਮੇਰੇ ਵਾਲੇ ਅਰਥ ਲੈ ਜਾਣ। ਮਾਈ ਮੀਨਿੰਗਸ ਆਰ ਨਾਟ ਬੀਇੰਗ ਇੰਪੋਜ਼ਡ। ਜਿਹੜੇ ਅਰਥ ਅਸੀਂ ਕਰਦੇ ਹਾਂ ਉਹ ਵਨ ਮੈਨ ਸ਼ੋ ਨਹੀਂ ਹੁੰਦਾ। ਪਹਿਲਾਂ ਅਮਰੀਕਾ ਮੈਂ ਬੈਠ ਕੇ ਆਪਣੇ ਪਰਿਵਾਰ ਵਿੱਚ ਆਪਣੀ ਮਦਰ ਤੋਂ ਲੈ ਕੇ ਬ੍ਰਦਰ ਵਗੈਰਾ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਕਰਦਾ। ਉਸ ਤੋਂ ਬਾਅਦ ਸਾਡੇ ਲਿਵਿੰਗ ਟ੍ਰੈਜਰ ਦੀ ਟੀਮ ਹੈ ਅਮਰੀਕਾ, ਉਹ ਸਾਰੇ ਬੈਠਦੇ ਨੇ, ਫਿਰ ਉਹਨਾਂ ਸਾਰਿਆਂ ਦੇ ਨਾਲ ਵਿਚਾਰ ਕਰਦਾ। ਫਿਰ ਉਹ ਆਬਜੈਕਸ਼ਨ ਕਰਦੇ ਨੇ, ਫਿਰ ਉਹ ਇਸ ਤਰ੍ਹਾਂ ਹੀ ਪੰਕਤੀਆਂ ਲੈ ਕੇ ਆਉਂਦੇ ਨੇ, ਫਿਰ ਉਹ ਬਿਹਾਰੀ ਸਿਆਰੀ ਦੀ ਗ੍ਰਾਮਰ ਦੀ ਗੱਲ ਕਰਦੇ ਨੇ। ਫਿਰ ਅਸੀਂ ਸਾਂਝ ਕਰਨ ਤੋਂ ਬਾਅਦ ਉਹ ਸਾਰੇ ਅਰਥਾਂ ਨੂੰ ਦਿੱਲੀ ਆ ਕੇ ਲਿਵਿੰਗ ਟ੍ਰੈਜਰ ਦੀ ਟੀਮ ਵਿੱਚ ਸਾਂਝ ਕਰਦੇ ਹਾਂ। ਔਰ ਜਿਹੜੀ ਜਪਜੀ ਦੀ ਵਿਚਾਰ ਆਈ ਹੈ ਉਹਦੇ ਵਾਸਤੇ ਗੁਰਮਤਿ ਗਿਆਨ ਕਾਲਜ, ਜਿਵੇਂ ਮੇਰਾ ਵੀਰ ਪ੍ਰੋਫੈਸਰ ਸਾਹਿਬ ਸਿੰਘ ਜੀ ਤੁਹਾਡੇ ਨਾਲ ਸਾਂਝ ਕਰ ਰਹੇ ਸਨ, ਕਿ ਅਸੀਂ ਕਾਲਜ ਦੇ ਪ੍ਰੋਫੈਸਰਾਂ ਨਾਲ ਵੀ 3 ਦਿਨ ਲਗਾ ਕੇ ਸਾਂਝ ਕੀਤੀ। ਸੋ ਸਾਡੇ ਅਰਥ ਵਨ ਮੈਨ ਸ਼ੋ ਨਹੀਂ ਹੁੰਦੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਂਝ ਕਰਕੇ ਚੱਲੀਏ। ਦੇਂਦਾ ਦੇ ਲੈਂਦੇ ਥੱਕ ਪਾਏ, ਤਾਂ ਅਸੀਂ ਸੋਚਿਆ ਕਿ ਕੋਈ ਲੈ ਕੇ ਤਾਂ ਥੱਕਦਾ ਨਹੀਂ, ਥੱਕ ਪਾਏ ਦਾ ਮੈਨਾ ਲੱਭਣਾ ਪਏਗਾ। ਪਰ ਪਿਛਲੀ ਲੜੀ ਵੀ ਜੋੜਨੀ ਪਏਗੀ ਪੰਕਤੀਆਂ ਦੀ। ਹੈ ਵੀਰ ਜੀ, ਹਰਪ੍ਰੀਤ ਜੀ, ਪਿਛਲੀ ਲੜੀ ਵੀ ਜੋੜਨੀ ਪਏਗੀ। ਕੌਂਟੈਕਸਟ ਕੀ ਚੱਲ ਰਿਹਾ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਫਰਜ਼ ਕਰੋ ਮੈਂ ਗੁਰੂ ਗ੍ਰੰਥ ਸਾਹਿਬ ਦੇ 67 ਨੰਬਰ ਪੰਨੇ 'ਤੇ ਹਾਂ ਜਾਂ 267 ਨੰਬਰ ਪੰਨੇ 'ਤੇ ਹਾਂ, ਇਹਦੇ ਵਿੱਚ ਸਾਨੂੰ ਕੌਂਟੈਕਸਟ ਦੀ ਬਰੀਕੀ ਨਹੀਂ ਲੱਭ ਰਹੀ ਵੀ ਕੀ ਹੈ, ਬਹੁਤ ਕਨਫਿਊਜ਼ਨ ਚੱਲ ਰਿਹਾ। ਤਾਂ ਅਸੀਂ ਦੇਖਿਆ ਮਹਿਲਾ ਤੀਜਾ ਜਾਂ ਪੰਜਵਾਂ ਦਾ ਸ਼ਬਦ ਹੈ, ਅਸੀਂ ਇਹਦੇ ਪਿਛਲੇ ਕੁਝ ਸ਼ਬਦ ਪੜ੍ਹਦੇ ਹਾਂ, ਫਿਰ ਅਸੀਂ ਇਹਦੇ ਕੁਝ ਅਗਲੇ ਸ਼ਬਦ ਪੜ੍ਹਦੇ ਹਾਂ, ਫਿਰ ਅਸੀਂ ਭਗਤ ਬਾਣੀ ਦਾ ਪਹਿਲਾ ਕਬੀਰ ਸਾਹਿਬ ਇਸ ਰਾਗ ਇਸ ਟੌਪਿਕ ਬਾਰੇ ਕੀ ਕਹਿੰਦੇ ਨੇ ਉਹ ਪੜ੍ਹਦੇ ਹਾਂ। ਫਿਰ ਪਤਾ ਹੀ ਕਰਦੇ ਹਾਂ ਹੁਣੇ ਵੀ ਨਹੀਂ ਸਮਝ ਆਇਆ ਨਾ, ਚਲੋ ਇਹ ਰਾਗ ਜਿੱਥੋਂ ਸ਼ੁਰੂ ਹੋਇਆ ਸਭ ਤੋਂ ਪਹਿਲਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਆਇਆ। ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਮੈਨੇ 10-15 ਸ਼ਬਦ ਉਹ ਪੜ੍ਹਦੇ ਹਾਂ, ਫਿਰ ਰਸਤਾ ਮਿਲਣਾ ਸ਼ੁਰੂ ਹੁੰਦਾ ਹੈ ਕਿ ਇਹ ਜਿਹੜਾ 267 ਤੇ ਹੈ ਨਾ, ਇਹ ਕਿਸ ਬਾਰੇ ਚੱਲ ਰਿਹਾ। ਜਪਜੀ ਕੀਤਾ, ਕਰਦੇ ਕਰਦੇ ਸਾਰੀ ਪਹਿਲੀ ਪੌੜੀ ਦੂਜੀ ਪੌੜੀ ਦੇ ਅੰਦਰ ਰਲਾ ਕੇ ਸਮਝਣ ਦਾ ਯਤਨ ਕੀਤਾ, ਦੂਜੀ ਪੌੜੀ ਨੂੰ ਤੀਜੀ ਨਾਲ ਰਲਾ ਕੇ ਸਮਝਣ ਦਾ ਯਤਨ ਕੀਤਾ। ਨਵੇਂ ਹੀ ਅਰਥ ਸਾਹਮਣੇ ਆਉਣੇ ਸ਼ੁਰੂ ਹੋ ਗਏ। ਉਹਦਾ ਮਤਲਬ ਇਹ ਨਹੀਂ ਹੈ ਕਿ ਪਹਿਲੇ ਸਾਰੇ ਗਲਤ ਨੇ, ਉਹਦਾ ਮਤਲਬ ਇਹ ਨਹੀਂ ਹੈ ਕਿ ਭੁਪਿੰਦਰ ਸਿੰਘ ਆਪਣੇ ਅਰਥ ਕਰੀ ਜਾ ਰਿਹਾ। ਇੱਕ ਨਵੇਂ ਅਰਥ ਸਾਹਮਣੇ ਆ ਰਹੇ ਨੇ। ਦੇਂਦਾ ਦੇ ਲੈਂਦੇ ਥੱਕ ਪਾਏ। ਤੁਸੀਂ ਕੀ, ਦੁਨੀਆ ਕੀ ਕਹਿੰਦੀ ਹੈ? ਦੁਨੀਆ ਸਮਝਦੀ ਹੈ ਫੁੱਲ, ਪੇੜ, ਧੁੱਪ, ਆਬ ਅਗਾ ਸਾਰਾ ਕੁਛ ਹੈ, ਕੱਪੜਾ ਲੱਤਾ, ਮਕਾਨ, ਪੁੱਤਰ ਸਭ ਰੱਬ ਜੀ ਦੀ ਦਾਤ ਹੈ। ਅਸੀਂ ਰੱਬ ਜੀ ਦੀ ਦਾਤ ਸਿਰਫ ਮੰਨ ਕੇ ਚੱਲਦੇ ਹਾਂ। ਅਸੀਂ ਮੀਨਸ ਜਿਸ ਪੱਖੋਂ ਅਸੀਂ ਅਰਥ ਸਮਝਦੇ ਹਾਂ, ਅਸੀਂ ਇਹ ਅਰਥ ਸਮਝ ਕੇ ਚੱਲਦੇ ਹਾਂ। ਰੱਬ ਜੀ ਦੀ ਦਾਤ ਦਾ ਮਤਲਬ ਹੁੰਦਾ ਹੈ ਰੱਬ ਜੀ ਦੀ ਸੁਮਤ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਗੁਰ ਕੀ ਸਿੱਖ ਸੁਣੀ। ਹੁਣ ਜਿੱਥੇ ਵੀ ਗੁਰਬਾਣੀ ਅੰਦਰ ਦਾਤ ਆਏਗਾ ਨਾ, ਅਸੀਂ ਮੈਕਸਿਮਮ ਕੋਸ਼ਿਸ਼ ਕਰਾਂਗੇ ਕਿ ਇਸ ਦਾਤ ਦਾ ਮੈਨਾ ਸਤਿਗੁਰ ਦੀ ਮੱਤ ਹੈ, ਚੰਗੇ ਗੁਣ ਨੇ। ਪਰ ਇਹ ਗੱਲ ਇੱਥੇ ਬੜੀ ਕੰਮ ਆਈ। ਦੇਂਦਾ ਦੇ ਲੈਂਦੇ ਥੱਕ ਪਾਏ। ਲੋਕੀ ਪੁੱਤਰ ਨੂੰ ਰੱਬ ਦੀ ਦਾਤ ਕਹਿੰਦੇ ਨੇ, ਉਹ ਖਾਂਦੇ ਨੇ ਪੁੱਤਰ ਨੂੰ, ਜੁਗਾ ਜੁਗੰਤਰ ਖਾਈ ਖਾਂਦੇ ਨੇ। ਲੋਕੀ ਕਾਰ ਨੂੰ ਰੱਬ ਦੀ ਦਾਤ ਕਹਿੰਦੇ ਨੇ, ਕੋਈ ਕਾਰ ਨਹੀਂ ਖਾਂਦਾ। ਲੋਕੀ ਮਕਾਨ ਨੂੰ ਰੱਬ ਦੀ ਦਾਤ ਕਹਿੰਦੇ ਨੇ, ਨੌਕਰੀ ਨੂੰ, ਕੱਪੜਿਆਂ ਨੂੰ ਖਾਂਦੇ ਨੇ,
ਫਿਰ ਸਾਨੂੰ ਉਹਦੇ ਕੰਟੈਕਸਟ ਵਿੱਚ ਲੜੀਵਾਰ ਮੀਨਿੰਗ ਸਮਝਣੇ ਪੈਂਦੇ ਨੇ ਕਿ ਕੰਟਰਾਡਿਕਸ਼ਨ ਕਿਧਰੇ ਨਾ ਆਵੇ, ਵਿਰੋਧਾਭਾਸ ਨਾ ਆਵੇ। ਦੇਂਦਾ ਦੇ ਲੈਂਦੇ ਥੱਕ ਪਾਏ। ਮੈਨੂੰ ਕਿਸੇ ਨੇ ਪੁੱਛਿਆ ਵੀਰ ਜੀ ਰੱਬ ਵਿਤਕਰਾ ਕਰਦਾ? ਮੈਂ ਕਿਹਾ ਨਹੀਂ। ਕਹਿੰਦਾ ਫਿਰ ਇਸ ਪੰਕਤੀ ਦੇ ਕੀ ਅਰਥ ਕਰੋਗੇ? ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਮੈਂ ਕਿਹਾ ਤੁਸੀਂ ਕੀ ਕਰੋਗੇ? ਕਹਿੰਦਾ ਰੱਬ ਨੇ ਆਪਣੇ ਹੱਥ ਦਾਤ ਰੱਖੀ ਹੈ, ਉਹਨੂੰ ਜਿਹੜਾ ਪਸੰਦ ਆਉਂਦਾ ਹੈ ਉਹਨੂੰ ਦਿੰਦਾ, ਬਾਕੀ ਉਹਨੂੰ ਨਹੀਂ ਦਿੰਦਾ। ਤਾਂ ਮੈਂ ਕਿਹਾ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਫਿਰ ਕੀ ਕਰਨਾ? ਗੁਰੂ ਘਰ ਵਿੱਚ ਭਾਵ ਗੁਰਮਤਿ ਵਿੱਚ ਵਿਤਕਰਾ ਬਿਲਕੁਲ ਨਹੀਂ ਹੈ ਕਿ ਨਹੀਂ ਹੈ? ਅਮੀਰ ਗਰੀਬ ਦਾ ਹੈ, ਇਸਤਰੀ ਮਰਦ ਦਾ ਹੈ, ਗੋਰੇ ਕਾਲੇ ਦਾ ਹੈ, ਉੱਚੀ ਨੀਵੀਂ ਜਾਤ ਦਾ ਹੈ। ਜੇ ਨਹੀਂ ਤਾਂ ਉਹ ਕੁਛ ਨੂੰ ਕਿਉਂ ਦੇਗਾ ਔਰ ਕੁਛ ਨੂੰ ਦੇਗਾ? ਜਦੋਂ ਕੁਛ ਨੂੰ ਦੇਗਾ, ਇੱਥੋਂ ਹੀ ਬਾਬਾ ਜੀ, ਸੰਤ ਜੀ, ਬ੍ਰਹਮ ਗਿਆਨੀ ਜੀ ਪੈਦਾ ਹੁੰਦੇ ਨੇ। ਇਹ ਹੀ ਉਹ ਖੁੱਡ ਹੈ ਜਿੱਥੋਂ ਉਹ ਸੱਪ ਸਰੀਰਕ ਨਿਕਲਦਾ ਹੈ। ਫਿਜ਼ੀਕਲ ਗੁਰੂ ਦਾ ਇਹਨਾਂ ਤੇ ਬਖਸ਼ਿਸ਼ ਹੈ, ਇਹਨਾਂ ਨੂੰ ਦਾਤ ਦਿੱਤੀ ਹੈ। ਅੱਛਾ, ਫਿਰ ਇਹਨਾਂ ਨੂੰ ਦਾਤ ਕਿਵੇਂ ਦਿੱਤੀ ਹੈ? ਕੀ ਕਰਦੇ ਨੇ? ਜੋ ਇਹ ਕਰਦੇ ਨੇ ਉਹ ਕਰਮਕਾਂਡ ਬਣਦਾ ਜਾਏਗਾ। ਭਾਵੇਂ ਇਹਨਾਂ ਦੀਆਂ ਅਖੜਾਵਾਂ ਹੋਣ ਅਤੇ ਭਾਵੇਂ ਇਹਨਾਂ ਦੀ ਛਤਰੀ ਹੋਵੇ, ਭਾਵੇਂ ਇਹਨਾਂ ਦੀ ਸੋਟੀ ਹੋਵੇ, ਲੋਕ ਕਿਉਂ ਜੀ ਰੱਖਣਾ ਸ਼ੁਰੂ ਕਰਨਗੇ ਨਾ? ਸਾਰੇ ਹੀ ਕਰਮਕਾਂਡ ਕਰੀ ਜਾਣਗੇ, ਕਿਉਂਕਿ ਇਹਨਾਂ ਨੂੰ ਇਹ ਸਭ ਕੁਝ ਕਰਦੇ ਨੇ। ਇਹਦੇ ਕਾਰਨ ਰੱਬ ਜੀ ਨੇ ਦਾਤ ਦਿੱਤੀ ਹੈ। ਇਹ ਵਿਤਕਰਾ ਹੋ ਗਿਆ। ਤਾਂ ਅਸੀਂ ਸਮਝਦੇ ਰਹੇ। ਰਹਾਉ 'ਚ ਕੀ ਕਹਿ ਰਹੇ ਨੇ? ਰਹਾਉ ਲੈਣਾ ਪਏਗਾ ਬਾਣੀ ਦੀ ਬਣਤਰ। ਰਹਾਉ 'ਚ ਲੈ ਕੇ ਉਸ ਪੰਕਤੀ ਦੇ ਅਰਥ ਸਮਝੇ ਤਾਂ ਕਰ ਰਹੇ ਨੇ, ਦਾਤੈ ਦਾਤ ਰੱਖੀ ਹੱਥ ਆਪਣੇ। ਜਿਸ ਦਾਤੇ ਕੋਲੋਂ ਦਾਤ ਮੰਗ ਰਹੇ ਨੇ, ਉਸ ਦਾਤੇ ਦਾ ਰਹਾਉ ਹੈ ਬਾਰੇ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਸਤਿਗੁਰ ਦਾਤਾ ਮੇਲ ਮਿਲਾਵੋ। ਸਤਿਗੁਰ ਦਾਤਾ ਮਕਾਨ ਦਿੰਦਾ ਹੈ, ਕਾਰ ਦਿੰਦਾ ਹੈ, ਡਿਗਰੀਆਂ ਦਿੰਦਾ ਹੈ, ਪੈਸੇ ਦਿੰਦਾ ਹੈ, ਰਿਸ਼ਤੇ ਕਰਾਉਂਦਾ ਹੈ। ਇਹੀ ਤਾਂ ਵੰਡਿਆ ਜਾ ਰਿਹਾ ਸਭ ਜਗ੍ਹਾ। ਸਭ ਤੋਂ ਵੱਡੀ ਗਲਤ ਗੇਮ ਇਹ ਖੇਡੀ ਜਾਂਦੀ ਹੈ, ਫਲਾਣੀਆਂ ਜਗ੍ਹਾ ਨਾ ਜਾਇਆ ਕਰੋ, ਸਾਡੇ ਦਰ 'ਤੇ ਆਇਆ ਕਰੋ। ਗੱਲ ਤਾਂ ਇੱਥੇ ਹੀ ਖਲੋਤੀ ਰਹੀ ਨਾ ਕਿ ਮੰਗਣ ਜਾਣਾ ਹੈ ਕੁਛ। ਸੋ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦਿਓ ਆਧਾਰੇ। ਕੀ ਮੰਗਿਆ ਜਾ ਰਿਹਾ? ਦੁਨਿਆਵੀ ਚੀਜ਼ ਤੇ ਨਹੀਂ ਮੰਗੀ ਜਾ ਰਹੀ। ਹਾਂ, ਰੱਬ ਜੀ ਕੋਲ ਦਾਤ ਹੈ। ਕੀ ਦਾਤ ਹੈ? ਸੁਮਤ। ਕੀ ਦਾਤ ਹੈ? ਵਿਜ਼ਡਮ। ਕੀ ਦਾਤ ਹੈ? ਸੱਚ ਦਾ, ਤੱਤ ਦਾ ਗਿਆਨ। ਠੀਕ ਹੈ। ਦਾਤੇ ਦਾਤ ਰੱਖੀ ਹੱਥ ਆਪਣਾ। ਜਿਸ ਔਰ ਤਿਸ ਦੇ ਸੱਸੇ ਨੂੰ ਔਂਕੜ ਹੈ। ਇਹ ਜਿਸ ਔਰ ਤਿਸ ਕੌਣ ਹੈ? ਸਾਡੀ ਗੱਲ ਚੱਲ ਰਹੀ ਹੈ। ਜਿਸ ਭਾਵੈ, ਜਿਸ ਮਨ ਨੂੰ ਇਹ ਵਾਲੀ ਦਾਤ ਪਾਉਂਦੀ ਹੈ, ਤਿਸ ਦੇਈ। ਜਿਸ ਨੂੰ ਨਹੀਂ ਪਾਉਂਦੀ ਉਹ ਪਿੱਠ ਕਰ ਦਿੰਦਾ ਹੈ। ਉਹ ਕਹਿੰਦਾ ਮੈਨੂੰ ਲੋੜ ਹੀ ਨਹੀਂ ਹੈ। ਇੰਜ ਅਸੀਂ ਅਰਥਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ। ਸੋ ਦੇਂਦਾ ਦੇ, ਲੈਂਦੇ, ਜਿਹੜਾ ਹਿਰਦਾ ਲੈਣਾ ਚਾਹੁੰਦਾ ਹੈ, ਲੈਣ ਤੋਂ ਬਾਅਦ ਉਹਨੂੰ ਕੀ ਹੁੰਦਾ ਹੈ? ਥੱਕ ਪਾਏ। ਥੱਕ ਪਾਏ ਦਾ ਮਤਲਬ ਹੁੰਦਾ ਉਹ ਟਿਕ ਜਾਂਦਾ ਹੈ। ਜੋ ਟਿਕਾ 'ਚ ਆ ਗਿਆ ਨਾ, ਉਹ ਸੰਤੋਖੀ ਹੋ ਜਾਂਦਾ ਹੈ। ਪਟਕਣਾ, ਤ੍ਰਿਸ਼ਨਾ, ਟਿਕਾ, ਸੰਤੋਖੀ। ਠੀਕ ਹੈ ਗਿਆਨੀ ਜੀ? ਜਦੋਂ ਉਹ ਸੰਤੋਖੀ ਹੋ ਗਿਆ, ਅਸੀਂ ਸੋਚ ਨੂੰ ਜੁਗਾ ਜੁਗੰਤਰ ਕਹਿੰਦੇ ਹਾਂ। ਉਹ ਆਪਣੀ ਸੋਚ ਵਿੱਚ ਜੁਗਾ ਜੁਗੰਤਰ ਖਾਏ ਸੰਤੋਖ ਦਾ ਭੋਜਨ ਖਾਂਦਾ ਹੈ। ਇਹਦਾ ਮਤਲਬ ਰੱਬ ਜੀ ਸੰਤੋਖ ਦੀ ਦਾਤ ਦਿੰਦੇ ਨੇ, ਐਸੀ ਮਤ ਬਖਸ਼ ਦਿੰਦੇ ਨੇ, ਬੰਦਾ ਸੰਤੋਖੀ ਹੋ ਜਾਂਦਾ ਹੈ। ਸੰਤੋਖ ਥਾਪ ਰੱਖਿਆ ਜਿਨਸੂ ਤੁਰੂ ਮਤ ਪ੍ਰਾਪਤ ਹੁੰਦੀ ਹੈ। ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।